ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ PSSB ਦੇ ਠੀਕ ਆ ਜੀ ਨਵੀਂ ਸੀਰੀਜ਼ ਆਪਾਂ ਸ਼ੁਰੂ ਕਰਨ ਲੱਗੇ ਆ ਆਪਣੇ ਚੈਨਲ ਦੇ ਉੱਤੇ। PSSB ਦੇ 2021 ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਏ ਨੇ ਸਾਰਿਆਂ ਦੇ ਆਪਾਂ ਪ੍ਰੀਵੀਅਸ ਈਅਰ ਜੋ ਆਪਣੇ ਜੀਕੇ ਤੇ ਪੰਜਾਬ ਜੀਕੇ ਜਿੰਨੇ ਵੀ ਕੁਐਸਚਨ ਇਹਨਾਂ ਨੇ ਪੁੱਛੇ ਸੀਗੇ, ਚਾਹੇ 20 ਨੰਬਰ ਦਾ ਆਇਆ ਸੀ, ਚਾਹੇ 40 ਨੰਬਰ ਦਾ ਆਇਆ ਸੀ, ਚਾਹੇ 30 ਨੰਬਰ ਦਾ ਆਇਆ ਸੀ, ਇਹ ਸਾਰਾ ਆਪਾਂ ਕਰਾਂਗੇ ਠੀਕ ਆ ਜੀ। ਸੋ ਇਹਦੇ ਨਾਲ ਇਦਾਂ ਵਾ ਕਿ ਤੁਸੀਂ ਜਿੰਨੇ ਵੀ ਪੇਪਰ ਅੱਗੇ ਦਵੋਗੇ PSSB ਦੇ ਜਿਹੜੇ ਅਪਕਮਿੰਗ ਆ ਰਹੇ ਨੇ ਸਾਰਿਆਂ 'ਚ ਤੁਹਾਨੂੰ ਹੈਲਪ ਮਿਲੇਗੀ, ਕਿਉਂਕਿ ਕੁਝ ਕੁਐਸਚਨ ਜੀਕੇ ਦੇ ਇਦਾਂ ਹੁੰਦੇ ਨੇ, ਖਾਸ ਕਰ ਪੰਜਾਬ ਜੀਕੇ ਦੇ ਜਿਹੜੇ ਕਿ ਰਿਪੀਟਡ ਹੁੰਦੇ ਨੇ। ਸੇਮ ਟੂ ਸੇਮ ਸਟੇਟਮੈਂਟ, ਆਪਸ਼ਨਸ ਵੀ ਨਹੀਂ ਚੇਂਜ ਕਰਦੇ, ਉਹ ਉਦਾਂ ਹੀ ਕਾਪੀ ਕਰਕੇ ਅਗਲੇ ਪੇਪਰ ਦੇ ਵਿੱਚ ਪਾ ਸਕਦੇ ਨੇ। ਸੋ ਆਪਾਂ ਨੂੰ ਇਹਦੇ ਨਾਲ ਦੋ ਫਾਇਦੇ ਹੋਣਗੇ। ਇੱਕ ਤਾਂ ਆਪਾਂ ਨੂੰ ਇਦਾਂ ਪਤਾ ਲੱਗ ਜਾਏਗਾ ਕਿ ਹਾਂ ਇਦਾਂ ਦੇ ਕੁਐਸਚਨ ਆ ਰਹੇ ਨੇ। ਦੂਜਾ ਫਾਇਦਾ ਸਾਨੂੰ ਇਹ ਹੋਏਗਾ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿੰਨੇ % ਤਿਆਰੀ ਕਰ ਲਈ ਆ ਤੇ ਕਿੰਨੇ % ਪੇਪਰ ਦੇ ਵਿੱਚ ਕੁਐਸਚਨ ਆ ਰਹੇ ਨੇ ਤੇ ਸਾਨੂੰ ਅਸੀਂ ਕਿੰਨੇ ਅਟੈਂਪਟ ਕਰ ਪਾ ਰਹੇ ਹਾਂ। ਸੋ ਇਹਦੇ ਵਿੱਚ ਮੈਂ ਆਨਸਰ ਨਹੀਂ ਲੈ ਕੇ ਆਇਆਗਾ, ਨਾਲ ਆਨਸਰ ਮੈਂ ਤੁਹਾਨੂੰ ਨਾਲ ਦੀ ਨਾਲ ਮੈਂ ਦੱਸੇ ਜਾਊਂਗਾ। ਸੋ ਤੁਸੀਂ ਆਪਦੇ ਦਿਮਾਗ ਦੇ ਵਿੱਚ ਸੋਚਣਾ ਵਾ ਤੇ ਉਹੀ ਆਪਾਂ 5-10 ਸੈਕਿੰਡ ਦਾ ਟਾਈਮ ਦਿਆ ਕਰਾਂਗੇ। ਤੁਸੀਂ ਸੋਚਣਾ, ਜੇ ਤੁਹਾਨੂੰ ਆਉਂਦਾ ਨਹੀਂ ਠੀਕ ਹੈ, ਅਗਰ ਨਹੀਂ ਆਉਂਦਾ ਤਾਂ ਤੁਹਾਨੂੰ ਨਾਲ ਹੀ ਮੈਂ ਆਨਸਰ ਬਾਅਦ ਵਿੱਚ ਦੱਸ ਦਿਆ ਕਰਾਂਗਾ। ਸੋ ਤੁਸੀਂ ਪਾਊਸ ਕਰਕੇ ਇਹਨੂੰ ਇੱਕ ਮੌਕ ਟੈਸਟ ਵਜੋਂ ਲੈਣਾ ਵਾ। ਚਾਹੇ ਤੁਸੀਂ ਇਸ ਟਾਈਮ ਦੇ ਉੱਤੇ 20% ਸਿਲੇਬਸ ਕਵਰ ਕੀਤਾ, ਚਾਹੇ 30 ਕੀਤਾ, ਚਾਹੇ 50 ਕੀਤਾ, ਚਾਹੇ 100 ਕੀਤਾ, ਚਾਹੇ ਤੁਸੀਂ ਸਟਾਰਟ ਵੀ ਕੀਤਾ, ਤੁਹਾਨੂੰ ਇਹ ਤਾਂ ਪਤਾ ਲੱਗੇਗਾ ਕਿ ਪੇਪਰ ਕਿੱਦਾਂ ਦਾ ਆ ਰਿਹਾ ਤੇ ਉਹਦੇ ਵਿੱਚ ਆਨਸਰ ਕਿਸ ਤਰ੍ਹਾਂ ਆਪਾਂ ਕਰਦੇ ਨੇ। ਠੀਕ ਹੈ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਅੱਜ ਦੇ ਇਹਨਾਂ ਸਾਰਿਆਂ ਦੀ ਆਪਾਂ ਥਿਊਰੀ ਸਟਾਰਟ ਕੀਤੀ ਹੋਈ ਆ। ਪੰਜਾਬ ਜੀਕੇ, ਆਪਣਾ ਮਾਡਰਨ ਹਿਸਟਰੀ ਤੇ ਪੋਲਿਟੀ, ਇਹਦੀਆਂ ਟੋਟਲ ਆਪਣੀਆਂ 44-45 ਕਲਾਸਾਂ ਹੋ ਚੁੱਕੀਆਂ ਨੇ। ਤਿੰਨਾਂ ਦੀਆਂ ਮਿਲਾ ਕੇ 20-20 25-25 ਮਿੰਟ, 20 ਤੋਂ 30 ਮਿੰਟ ਦੀ ਤੁਹਾਨੂੰ ਇੱਕ ਕਲਾਸ ਮਿਲੇਗੀ। ਜ਼ਿਆਦਾ ਵੱਡੀਆਂ ਕਲਾਸਾਂ ਨਹੀਂ ਆਪਾਂ ਬਣਾਈਆਂ ਗਈਆਂ। ਹਰੇਕ ਦੀ ਤੁਹਾਨੂੰ PDF ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗੀ। ਸੋ ਤੁਸੀਂ ਇੱਕ ਵਾਰੀ ਆਪਣੀ ਵੀਡੀਓ ਦੇਖੋ ਤੇ ਉਸ ਤੋਂ ਬਾਅਦ ਟੈਲੀਗ੍ਰਾਮ ਤੋਂ PDF ਨੂੰ 2-3 ਵਾਰੀ ਰਿਵਾਈਜ਼ ਕਰੋ। ਪੇਪਰ ਦੇ ਵਿੱਚ ਤੁਹਾਨੂੰ ਬਹੁਤ ਹੈਲਪ ਮਿਲੇਗੀ ਇਹ ਚੀਜ਼ ਦੀ। ਠੀਕ ਹੈ ਜੀ, ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਕੁਐਸਚਨ। ਪਹਿਲਾ ਕੁਐਸਚਨ ਹਾਂ ਜੀ, ਇਹ ਪੇਪਰ ਹੈਗਾ ਜੀ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਦਾ। ਠੀਕ ਹੈ ਜੀ, ਅਸਿਸਟੈਂਟ ਜੇਲ੍ਹ ਸੁਪਰੀਡੈਂਟ ਦਾ ਪੇਪਰ ਆ ਜਿਹੜਾ ਕਿ 2021 ਚ PSSB ਬੋਰਡ ਨੇ ਲਿਆ ਸੀਗਾ। ਸੋ ਉਹਦੇ ਆਪਾਂ ਟੋਟਲ 30 ਕੁਐਸਚਨ ਕਰਾਂਗੇ, ਜਿਹਦੇ ਵਿੱਚ ਕਿ 20 ਕੁਐਸਚਨ ਆਏ ਸੀਗੇ ਸਾਡੇ ਜੀਕੇ ਅਤੇ ਕਰੰਟ ਅਫੇਅਰ ਦੇ ਤੇ 10 ਕੁਐਸਚਨ ਸਾਡੇ ਪੰਜਾਬ ਜੀਕੇ ਦੇ ਆਏ ਸੀ। ਸੋ ਸਾਰੇ ਆਪਾਂ ਕਰਾਂਗੇ। ਇਹਦੇ ਵਿੱਚ ਜ਼ਿਆਦਾ ਆਪਾਂ ਐਕਸਪਲੇਨ ਨਹੀਂ ਕਰਾਂਗੇ। ਜਿਹੜਾ ਮੈਨੂੰ ਲੱਗੂਗਾ ਕਿ ਹਾਂ ਐਕਸਪਲੇਨ ਕਰਨਾ ਚਾਹੀਦਾ ਤੇ ਉਹ ਆਪਾਂ ਕਰਾਂਗੇ। ਅਦਰਵਾਈਜ਼ ਆਪਾਂ ਨਾਰਮਲ ਇਹੀ ਦੇਖਣਾ ਵਾ ਕਿ ਇਹ ਕੁਐਸਚਨ ਆਏ ਆ ਐਜ਼ ਏ ਮੌਕ ਟੈਸਟ, ਸਮਝੋ ਕਿ ਇਹ ਤੁਹਾਡਾ ਮੌਕ ਟੈਸਟ ਆ ਜੀ। ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਉਹਨਾਂ ਨੇ ਪੁੱਛ ਲਿਆ ਕਿ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ ਵਾ, 24 ਦਸੰਬਰ, 24 ਜਨਵਰੀ, 24 ਫਰਵਰੀ ਜਾਂ 24 ਮਾਰਚ। ਸੋ ਇਦਾਂ ਦੇ ਜਿਹੜੇ ਡੇਜ਼ ਹੋ ਗਏ ਉਹ ਆਪਾਂ ਕਰੰਟ ਅਫੇਅਰ ਤੇ ਸਟੈਟਿਕ ਜੀਕੇ ਦੇ ਵਿੱਚ ਆਪਾਂ ਸਾਰੇ ਕਵਰ ਕਰ ਲਵਾਂਗੇ। ਸੋ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਕਿਉਂਕਿ ਹੁਣ ਆਪਣਾ ਇੱਕ ਸਬਜੈਕਟ ਪੂਰਾ ਹੋਣ ਵਾਲਾ ਵਾ, ਨਾਲ ਹੀ ਆਪਾਂ ਸ਼ੁਰੂ ਕਰ ਦੇਵਾਂਗੇ। ਸੋ ਤੁਹਾਨੂੰ ਹੁਣ ਆਪਾਂ 10 ਸੈਕਿੰਡ ਦਾ ਟਾਈਮ ਦਿੱਤਾ ਹੋਇਆ ਜੀ, ਸੋਚੋ ਤੁਸੀਂ। ਸੋ ਤੁਸੀਂ ਇਸ ਟਾਈਮ ਦੇ ਉੱਤੇ ਸੋਚ ਲਿਆ ਹੋਵੇਗਾ 24 ਦਸੰਬਰ ਨੂੰ ਨੈਸ਼ਨਲ ਕੰਜ਼ਿਊਮਰਸ ਰਾਈਟ ਡੇ ਮਨਾਇਆ ਜਾਂਦਾ। ਸੋ ਇਹ ਕਰੰਟ ਅਫੇਅਰ ਸਟੈਟਿਕ ਜੀਕੇ ਦਾ ਆਪਾਂ ਡੇਜ਼ ਦੇ ਵਿੱਚੋਂ ਸਟੈਟਿਕ ਜੀਕੇ ਦਾ ਕੁਐਸਚਨ ਇਹ ਆਪਾਂ ਮੰਨ ਸਕਦੇ ਹਾਂ। ਠੀਕ ਹੈ ਜੀ, ਸੋ ਸਟੈਟਿਕ ਜੀਕੇ ਆਪਾਂ ਬਹੁਤ ਜਲਦੀ ਅਗਲੇ ਹਫਤੇ ਜਾਂ ਆਪਣੇ ਉਸ ਤੋਂ ਅਗਲੇ 10-15 ਦਿਨ ਦੇ ਵਿੱਚ ਸਟਾਰਟ ਕਰ ਦੇਣੀ ਆ ਆਪਾਂ ਨਾਲ ਹੀ, ਕਿਉਂਕਿ ਆਪਣਾ ਇੱਕ ਸਬਜੈਕਟ ਹੋਰ ਆਪਾਂ ਪੰਜਾਬ ਜੀਕੇ ਜਲਦੀ ਖਤਮ ਕਰ ਦੇਣੀ ਆ। ਇਹਦੇ ਵਿੱਚ ਦੱਸੋ ਜੀ ਲਾਰਜੈਸਟ ਮਿਊਜ਼ੀਅਮ ਕਿਹੜਾ ਵਾ। ਇਹ ਵੀ ਸਟੈਟਿਕ ਜੀਕੇ ਦਾ ਕੁਐਸਚਨ ਬਣਦਾ ਵਾ। ਸਟੈਟਿਕ ਜੀਕੇ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਲਾਰਜੈਸਟ, ਲੌਂਗੈਸਟ ਹੋ ਗਏ, ਜੋ ਇੰਡੀਆ ਦੇ ਫਸਟ ਪ੍ਰਾਈਮ ਮਿਨਿਸਟਰ ਹੋ ਗਏ, ਪ੍ਰੈਜ਼ੀਡੈਂਟ ਹੋ ਗਏ, ਇਦਾਂ ਦੇ ਕੁਐਸਚਨ, ਜਾਂ ਇੰਡੀਆ ਦੀ ਜਿਹੜੀ ਪਹਿਲੀ ਵੂਮਨ ਕੌਣ ਸੀ ਜਿਹੜੀ ਕਾਂਗਰਸ ਦੀ ਪ੍ਰਧਾਨ, ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ PSSB ਕਾਫੀ ਪੁੱਛਦਾ ਵਾ। ਸੋ ਇਹ ਸਾਰੇ ਆਪਾਂ ਕੰਪਲੀਟ ਮੈਂ ਤੁਹਾਨੂੰ ਟੌਪਿਕ ਵਾਈਜ਼ ਕਰਵਾਉਂਗਾ। ਸੋ ਇਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ। ਅਜੇ ਆਪਣਾ 2-3 ਮਹੀਨੇ ਕੋਈ ਐਗਜ਼ਾਮ ਨਹੀਂ ਹੁੰਦਾ। ਸੋ ਜੂਨ ਦੇ ਵਿੱਚ ਆਪਾਂ ਸਟੈਟਿਕ ਜੀਕੇ, ਜੂਨ ਤੇ ਜੁਲਾਈ ਤੇ ਨੇੜੇ ਤੇੜੇ ਆਪਾਂ ਸਾਰੀ ਕੰਪਲੀਟ ਕਰ ਲਾਂਗੇ। ਸੋ ਪਹਿਲਾਂ ਆਪਾਂ ਮਾਡਰਨ ਹਿਸਟਰੀ, ਪੰਜਾਬ ਜੀਕੇ, ਜੋ ਕਿ ਪੰਜਾਬ ਜੀਕੇ ਬਹੁਤ ਪੁੱਛੀ ਜਾਂਦੀ ਆ, ਆਪਾਂ ਪਹਿਲਾਂ ਪੰਜਾਬ ਜੀਕੇ ਕਰਾਂਗੇ ਤੇ ਨਾਲ ਆਪਾਂ ਪੋਲਿਟੀ ਕਰਾਂਗੇ। ਪੋਲਿਟੀ ਇਹ ਤਿੰਨੇ ਆਪਾਂ ਕਰ ਰਹੇ ਹਾਂ। ਸੋ ਇੰਡੀਅਨ ਮਿਊਜ਼ੀਅਮ ਦੱਸੋ ਜੀ, ਲਾਰਜੈਸਟ ਇੰਡੀਅਨ ਮਿਊਜ਼ੀਅਮ ਕਿਹੜਾ। ਨਿਜ਼ਾਮ ਦਾ ਮਿਊਜ਼ੀਅਮ ਆ, ਨਿਜ਼ਾਮ ਦਾ ਅਜਾਇਬ ਘਰ ਆ, ਸਲਾਰ ਦਾ ਅਜਾਇਬ ਘਰ ਆ, AP ਰਾਜ ਪੁਰਾਤੱਤਵ ਦਾ ਅਜਾਇਬ ਘਰ ਆ, ਜਾਂ ਭਾਰਤੀ ਅਜਾਇਬ ਘਰ ਕੋਲਕਾਤਾ। ਠੀਕ ਹੈ ਜੀ, ਸੋ ਇਹ ਤੁਹਾਨੂੰ ਮੈਂ 5-7 ਸੈਕਿੰਡ ਦੇ ਰਿਹਾ ਵਾਂ, ਤੁਸੀਂ ਦੱਸਣਾ ਮੈਂ ਇਹਦਾ ਆਨਸਰ। ਸੋ ਤੁਸੀਂ ਸੋਚ ਰਿਹਾ ਇੰਡੀਅਨ ਮਿਊਜ਼ੀਅਮ ਕਲਕੱਤਾ। ਠੀਕ ਹੈ ਜੀ, ਇੰਡੀਅਨ ਮਿਊਜ਼ੀਅਮ ਕੋਲਕਾਤਾ ਵਾ ਜਿਹੜਾ ਕਿ ਇੰਡੀਆ ਦਾ ਲਾਰਜੈਸਟ ਮਿਊਜ਼ੀਅਮ ਆ। ਸੋ ਸਟੈਟਿਕ ਜੀਕੇ ਚੋਂ ਕਾਫੀ ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ। ਠੀਕ ਹੈ, ਸੋ ਇਹਦੇ ਕਰਕੇ ਹੀ ਆਪਾਂ ਸਟੈਟਿਕ ਜੀਕੇ ਸ਼ੁਰੂ ਕਰਨੀ ਹੈ ਅਗਲੇ 'ਚ। ਨੀਤੀ ਆਯੋਗ ਦੀ ਜੀ ਫੁੱਲ ਫਾਰਮ ਤੁਹਾਨੂੰ ਪੁੱਛ ਲਈ ਹੋਈ ਆ। ਸੋ ਆ B ਆਪਸ਼ਨ ਆ ਜੀ। ਠੀਕ ਹੈ ਜੀ, ਸੋ ਨੈਕਸਟ ਆ ਗਿਆ ਜੀ ਸਾਡਾ ਨੈਸ਼ਨਲ ਇੰਸਟੀਟਿਊਟ ਫਾਰ ਟਰਾਂਸਫਾਰਮਿੰਗ ਇੰਡੀਆ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ, ਨੈਸ਼ਨਲ ਇੰਸਟੀਟਿਊਟ ਫਾਰ ਟਰਾਂਸਮਿਟਿੰਗ ਇੰਡੀਆ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਮਿਟਿੰਗ ਇੰਡੀਆ। ਸੋ ਤੁਹਾਨੂੰ ਆਪਾਂ 10 ਸੈਕਿੰਡ ਦਾ ਟਾਈਮ ਦੇਵਾਂਗੇ, ਤੁਸੀਂ ਸੋਚ ਲੈਣਾ ਵਾ, ਕਨਫਿਊਜ਼ ਨਹੀਂ ਹੋਣਾ। ਬਿਲਕੁਲ ਇੱਕੋ ਜਿਹੀਆਂ ਤੁਹਾਨੂੰ ਲੱਗਦੀਆਂ ਹੋਣਗੀਆਂ ਆਪਸ਼ਨਸ, ਬਟ ਕਾਫੀ ਫਰਕ ਆ ਇਹਦੇ ਵਿੱਚ। ਸੋ ਨੀਤੀ ਆਯੋਗ ਵੀ ਸਾਡਾ ਹੋ ਜਾਏਗਾ, ਸਾਰਾ ਕਰਵਾਵਾਂਗੇ ਜੋ ਵੀ ਆਪਾਂ, ਉਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ। ਸੋ ਇਹਦਾ B ਆਪਸ਼ਨ ਬਿਲਕੁਲ ਸਹੀ ਬਣ ਜਾਏਗਾ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ। ਕਿਉਂਕਿ ਇਹਦੇ ਵਿੱਚ ਦੇਖੋ ਉਹਨਾਂ ਨੇ ਬਾਕੀ ਸਾਰਾ ਕੁਝ ਸੇਮ, ਇਹਦੇ ਵਿੱਚ ਉਹਨਾਂ ਨੇ ਇੰਸਟੀਟਿਊਟ ਲਿਖਤਾ ਹੋਇਆ ਸੀ, ਇਹਦੇ ਵਿੱਚ ਇੰਸਟੀਟਿਊਟ ਟਰਾਂਸਮਿਟਿੰਗ ਲਿਖਤਾ ਸੀ। ਠੀਕ ਆ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਮਿਟਿੰਗ ਲਿਖਤਾ ਸੀ ਇਹਦੇ ਵਿੱਚ। ਸੋ ਅਲੱਗ-ਅਲੱਗ ਤੁਹਾਨੂੰ ਇਸ ਤਰ੍ਹਾਂ ਬਹੁਤ ਹੀ ਕਲੋਜ਼ ਆਪਸ਼ਨਸ ਦਿੱਤੀਆਂ ਹੋਈਆਂ ਸੀ। ਸੋ ਇਹਦੇ ਵਿੱਚ ਨਾ ਨੀਤੀ ਆਯੋਗ ਦੇ ਵਿੱਚ ਥੋੜਾ ਜਿਹਾ ਹੋਰ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂਗਾ, ਜ਼ਿਆਦਾ ਨਹੀਂ ਤੁਹਾਨੂੰ ਦੱਸਾਂਗਾ।
ਸੋ 1 ਜਨਵਰੀ 2015 ਨੂੰ ਇਹਦੀ ਸਥਾਪਨਾ ਹੋਈ ਸੀ, ਫਾਰਮ ਕੀਤਾ ਸੀ ਇਹਨੂੰ। ਇਹਨੇ ਰਿਪਲੇਸ ਕਿਹਨੂੰ ਕੀਤਾ ਸੀ? ਇਸ ਤੋਂ ਪਹਿਲਾਂ ਨਾ ਪਲੈਨਿੰਗ ਕਮਿਸ਼ਨ ਚੱਲਦਾ ਹੁੰਦਾ ਸੀ, ਜਿਹਦੇ ਵਿੱਚ ਕਿ ਆਪਾਂ ਪੜ੍ਹਦੇ ਹੁੰਦੇ ਆ ਇਕਨੋਮਿਕਸ ਦੇ ਵਿੱਚ ਨਾ ਕਿ ਆਪਣੇ 5 ਈਅਰ ਪਲਾਨ ਚੱਲਦੇ ਹੁੰਦੇ ਸੀਗੇ। ਸੋ ਉਹਨੂੰ ਰਿਪਲੇਸ ਕਰਕੇ ਇਹ ਨੀਤੀ ਆਯੋਗ ਬਣਾਤਾ ਸੀ, ਜਿਹੜੀ ਕਿ ਗਵਰਨਮੈਂਟ ਦੀ ਆਪਾਂ ਥਿੰਕ ਟੈਂਕ ਪਾਲਿਸੀ ਵੀ ਕਹਿ ਦਿੰਦੇ ਆ। ਸੋ ਇਹ ਵਾਲਾ ਟੌਪਿਕ ਤੁਹਾਨੂੰ ਐਗਜ਼ਾਈਜ਼ ਇੰਸਪੈਕਟਰ ਦੇ ਵਿੱਚ ਤੇ ਬਹੁਤ ਕਵਰ ਹੋਏਗਾ। ਸੋ ਆਪਾਂ ਪੂਰੀ ਡਿਟੇਲ ਦੇ ਵਿੱਚ ਕਰ ਲਵਾਂਗੇ ਜਦੋਂ ਆਪਣੀ ਇਕਨੋਮਿਕਸ ਸ਼ੁਰੂ ਹੋਊਗੀ। ਨੈਕਸਟ ਕਰਦੇ ਹਾਂ ਜੀ ਕੁਐਸਚਨ ਨੰਬਰ 4। ਸੋ ਜ਼ਿਆਦਾ ਐਕਸਪਲੇਨ ਨਹੀਂ ਕਰਾਂਗੇ, ਜਿਹੜਾ ਮੈਨੂੰ ਲੱਗੇਗਾ ਕਿ ਹਾਂ ਐਕਸਪਲੇਨ ਕਰਨਾ ਚਾਹੀਦਾ ਉਹ ਆਪਾਂ ਕਰਾਂਗੇ, ਠੀਕ ਹੈ ਜੀ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਕਿਹਨੂੰ ਸਕਸੀਡ ਕੀਤਾ? ਰਣਜੀਤ ਸਿੰਘ ਕਹਿੰਦਾ ਮਹਾਰਾਜਾ ਨਰਿੰਦਰ ਸਿੰਘ ਇਹਨਾਂ ਵਿੱਚੋਂ ਕਿਹੜੇ ਮਹਾਰਾਜੇ ਦਾ ਉੱਤਰਾਧਿਕਾਰੀ ਸੀ? ਦੱਸੋ ਜੀ। ਰਾਜਾ ਕਰਮ ਸਿੰਘ, ਰਾਜਾ ਭੁਪਿੰਦਰ ਸਿੰਘ, ਰਾਜਾ ਰਜਿੰਦਰ ਸਿੰਘ, ਰਾਜਾ ਰਣਧੀਰ ਸਿੰਘ। ਸੋ ਇਹ ਪਟਿਆਲੇ ਦੇ ਮਹਾਰਾਜਾ ਦੀ ਗੱਲ ਹੋ ਰਹੀ ਆ। ਸੋ ਹੌਲੀ ਹੌਲੀ ਆਪਾਂ ਪੰਜਾਬ ਜੀਕੇ 'ਚ ਅੱਗੇ ਵਧ ਰਹੇ ਹਾਂ, ਬਹੁਤ ਜਲਦੀ ਆਪਣੀ ਇਹ ਕਲਾਸ ਆਉਣ ਵਾਲੀ ਆ, ਇਹ ਵੀ ਆਪਾਂ ਸਾਰਾ ਕੰਪਲੀਟ ਕਰਾਂਗੇ। ਸੋ ਕੋਈ ਵੀ ਟੌਪਿਕ ਆਪਾਂ ਛੱਡਾਂਗੇ ਨਹੀਂ, ਤੁਸੀਂ ਖੁਦ ਦੇਖੋਗੇ ਕਿ ਪੇਪਰ ਦੇ ਵਿੱਚ ਕਿੰਨਾ ਕੁਐਸਚਨ ਪੁੱਛੇ ਜਾਂਦੇ ਨੇ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਾਂ ਸਾਰੀ ਥਿਊਰੀ ਕਰ ਰਹੇ ਹਾਂ ਕਿ ਆਪਣਾ ਪੇਪਰ ਦੇ ਵਿੱਚ ਕੋਈ ਕੁਐਸਚਨ ਰਹੇ ਨਾ, ਚਾਹੇ ਉਹ ਜਿੱਦਾਂ ਮਰਜ਼ੀ ਘੁਮਾ ਕੇ ਪੁੱਛ ਲਵੇ। ਸੋ ਇਹਦਾ ਕਰੈਕਟ ਆਨਸਰ ਬਣੇਗਾ ਜੀ ਰਾਜਾ ਕਰਮ ਸਿੰਘ। ਰਾਜਾ ਕਰਮ ਸਿੰਘ ਕੌਣ ਸੀ? ਨਰਿੰਦਰ ਸਿੰਘ ਦੇ ਫਾਦਰ ਸੀਗੇ, ਠੀਕ ਹੈ ਜੀ। ਸੋ ਇਹ ਮਹਾਰਾਜਾ ਸੀਗੇ ਆਪਣੇ ਪਟਿਆਲਾ ਦੇ। ਨੈਕਸਟ ਕਰਦੇ ਹਾਂ ਜੀ, 4 ਨੰਬਰ ਹੋ ਗਿਆ। ਹੁਣ ਜੀ 5ਵਾਂ ਬਹੁਤ ਇੰਪੋਰਟੈਂਟ ਕੁਐਸਚਨ, ਪੇਪਰ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਵਾ। ਕਹਿੰਦੇ ਜੀ ਪੰਜਾਬੀ ਲੇਖਿਕਾ ਜਿਹੜੇ ਪੰਜਾਬੀ ਰਾਈਟਰ ਸੀ ਅੰਮ੍ਰਿਤਾ ਪ੍ਰੀਤਮ ਨੂੰ 1982 ਵਿੱਚ ਕਿਹੜੀ ਕਿਤਾਬ ਲਈ ਭਾਰਤੀਆ ਜਨੀਪਿਥ ਅਵਾਰਡ ਮਿਲਿਆ ਸੀ? ਦੱਸਣਾ ਜੀ ਤੁਸੀਂ। ਕਾਗਜ਼ ਤੇ ਕੈਨਵਾਸ, ਪਿੰਜਰ ਲਈ, ਨਾਗਮਣੀ ਲਈ ਜਾਂ ਰਸੀਦੀ ਟਿਕਟ ਲਈ? ਦੇਖੋ ਜੀ ਹੁਣ ਤੁਸੀਂ ਇਹ ਬਹੁਤ ਹੀ ਚੰਗੀ ਤਰ੍ਹਾਂ ਆਪਾਂ ਸਾਰਾ ਕੁਝ ਇਹ ਕਰਾਂਗੇ ਪੰਜਾਬ ਜੀਕੇ ਦੀ। ਇਸੇ ਲਈ ਮੈਂ ਕਿਹਾ ਕਿ 20 ਕਲਾਸਾਂ ਆਪਣੀਆਂ ਹੋਣਗੀਆਂ, 9 ਕਲਾਸਾਂ ਹੋ ਗਈਆਂ ਨੇ, ਪੰਜਾਬ ਜੀਕੇ 'ਚ ਸਾਰਾ ਕਵਰ ਹੋ ਜਾਏਗਾ ਇਹ ਆਪਣਾ। ਕੋਈ ਵੀ ਕੁਐਸਚਨ ਆਪਣਾ ਇਹਦੀ ਟੈਨਸ਼ਨ ਨਾ ਲਓ, ਕਿਉਂਕਿ ਅਜੇ ਆਪਣਾ ਸਿਲੇਬਸ ਨਹੀਂ ਪੂਰਾ ਹੋਇਆ। ਅਜੇ ਤੁਹਾਨੂੰ ਵਿੱਚ ਦੀ ਕੁਝ ਕੁਐਸਚਨ ਇਦਾਂ ਦੇ ਦੇਖਣਗੇ ਕਿ ਆਪਾਂ ਅਜੇ ਤੱਕ ਕੀਤੇ ਨਹੀਂ ਸਿਲੇਬਸ, ਬਟ ਆਪਾਂ ਉਹ ਸਿਲੇਬਸ ਵੀ ਨਹੀਂ ਕੀਤਾ ਤਾਂ ਨਹੀਂ ਨਾ ਕਵਰ ਹੋ ਰਹੇ। ਸਿਲੇਬਸ ਆਪਣਾ ਅਜੇ 60-65% ਸਿਲੇਬਸ ਹੋਇਆ ਵਾ, ਇਹਨਾਂ 3 ਸਬਜੈਕਟਾਂ ਦਾ ਕਵਰ ਕਿੱਦਾਂ ਹੋ ਜਾਣਗੇ? ਅਗਰ ਜਦੋਂ ਆਪਣਾ 100% ਕਵਰ ਹੋ ਗਿਆ ਫਿਰ ਤੁਸੀਂ ਦੇਖਿਓ ਕਿ ਕਿਹੜੇ ਕੁਐਸਚਨ ਰਹਿੰਦੇ ਨੇ, ਕਿੰਨੇ ਕੁ ਕੁਐਸਚਨ ਰਹਿੰਦੇ ਨੇ। ਸੋ ਤੁਸੀਂ ਯਕੀਨ ਰੱਖਿਓ, ਸੋ ਇਹਦੀ ਟੈਨਸ਼ਨ ਨਾ ਲਿਓ, ਜੋ ਆਪਾਂ ਕਰਵਾਵਾਂਗੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਹੀ ਕਰਵਾਵਾਂਗੇ। ਸੋ ਇਹਦੇ ਵਿੱਚ ਸਾਡਾ ਕੀ ਆ ਜਾਊਗਾ? ਅੰਮ੍ਰਿਤਾ ਪ੍ਰੀਤਮ ਨੂੰ ਭਾਰਤੀਆ ਜਨਾਪੀਠ ਅਵਾਰਡ ਮਿਲਿਆ ਸੀ ਜੀ ਕਾਗਜ਼ ਤੇ ਕੈਨਵਾਸ ਲਈ, ਠੀਕ ਹੈ ਜੀ। ਸੋ ਕਾਗਜ਼ ਤੇ ਕੈਨਵਾਸ ਲਈ 1982 ਚ ਮਿਲਿਆ ਸੀ। ਜਿਹੜਾ ਇਹ ਅਵਾਰਡ ਹੁੰਦਾ ਨਾ, ਇਹ ਹਾਈਐਸਟ ਲਿਟਰੇਸੀ ਅਵਾਰਡ ਹੁੰਦਾ ਵਾ, ਠੀਕ ਹੈ ਜੀ। ਹਾਈਐਸਟ ਲਿਟਰੇਸੀ ਅਵਾਰਡ ਦਿੱਤਾ ਜਾਂਦਾ ਭਾਰਤੀਆ ਜਨੀਪੀਠ ਅਵਾਰਡ। ਸੋ ਇਦਾਂ ਦੇ ਕੁਐਸਚਨ ਵੀ ਪੁੱਛ ਲੈਂਦਾ। ਹੁਣ ਜਿਹੜੀ ਪਿੰਜਰ ਰਚਨਾ ਵਾ, ਠੀਕ ਹੈ ਜੀ, ਪਿੰਜਰ ਰਚਨਾ ਵੀ ਅੰਮ੍ਰਿਤਾ ਪ੍ਰੀਤਮ ਦੀ ਹੀ ਰਚਨਾ ਵਾ। ਇਹਦੇ ਉੱਤੇ ਇੱਕ ਮੂਵੀ ਵੀ ਬਣ ਚੁੱਕੀ ਆ, ਠੀਕ ਹੈ ਜੀ। ਸੋ ਇੱਕ ਤੁਹਾਨੂੰ ਮੈਂ ਹੋਰ ਦੱਸਦਾ, ਮੈਂ ਇੱਕ ਕੁਐਸਚਨ ਹੋਰ ਆਉਂਦਾ ਹੁੰਦਾ ਵਾ ਅੰਮ੍ਰਿਤਾ ਪ੍ਰੀਤਮ ਦੇ ਉੱਤੇ। ਅੰਮ੍ਰਿਤਾ ਪ੍ਰੀਤਮ ਪਹਿਲੇ ਰਿਸਿਪਟ ਸੀਗੇ ਜਿਹੜੇ ਕਿ ਜਿਨ੍ਹਾਂ ਨੂੰ ਕਿ ਫੀਮੇਲ ਸੀਗੇ, ਜਿਨ੍ਹਾਂ ਨੂੰ ਕਿ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਸੀਗਾ, ਠੀਕ ਹੈ। ਕਦੋਂ ਮਿਲਿਆ ਸੀ? 1956 ਈਸਵੀ ਚ ਮਿਲਿਆ ਸੀ। ਕਿਹੜੀ ਰਚਨਾ ਲਈ ਮਿਲਿਆ ਸੀ? ਸੁਨੇਹੇ ਲਈ ਮਿਲਿਆ ਸੀ। ਸੁਨੇਹੇ ਇਹਨਾਂ ਨੇ ਰਚਨਾ ਸੀਗੀ ਇੱਕ, ਠੀਕ ਹੈ, ਪੋਇਟਰੀ। ਸੋ ਉਹਦੇ ਲਈ ਉਹਨਾਂ ਨੂੰ ਮਿਲਿਆ ਸੀ। ਸੋ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਕੁਐਸਚਨ ਘੁਮਾ ਕੇ ਉਹ ਪੁੱਛਣਗੇ। ਇਹ ਸਾਰੇ ਕੁਐਸਚਨ ਪ੍ਰੀਵੀਅਸ ਈਅਰ ਪੇਪਰਾਂ ਚ ਆਏ ਹੋਏ ਨੇ। ਆਪਾਂ ਇੰਪੋਰਟੈਂਟ ਪਰਸਨੈਲਿਟੀ ਤੇ ਜਾ ਰਹੇ ਹਾਂ, ਹੌਲੀ ਹੌਲੀ ਸਾਰੇ ਪੂਰੇ ਆਪਣੇ ਕਵਰ ਹੋਣਗੇ, ਠੀਕ ਹੈ ਜੀ। ਟੈਨਸ਼ਨ ਨਹੀਂ ਲੈਣੀ ਤੁਸੀਂ। ਇਹਨਾਂ ਦੇ ਵਿੱਚ ਦੱਸੋ ਜੀ, ਸਿਫਤੀ ਦਾ ਘਰ ਕਿਹਨੂੰ ਕਿਹਾ ਜਾਂਦਾ ਵਾ? ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਆਉਂਦਾ ਹੋਵੇਗਾ। ਲੁਧਿਆਣਾ, ਜਲੰਧਰ, ਸ਼੍ਰੀ ਅਨੰਦਪੁਰ ਸਾਹਿਬ ਜਾਂ ਅੰਮ੍ਰਿਤਸਰ? ਅੰਮ੍ਰਿਤਸਰ। ਸੋ ਪੇਪਰ ਦੇ ਵਿੱਚ ਇਦਾਂ ਨਹੀਂ ਕਿ ਜ਼ਿਆਦਾ ਔਖੇ ਕੁਐਸਚਨ ਆਉਂਦੇ ਨੇ, ਪੇਪਰ ਦੇ ਵਿੱਚ ਸੌਖੇ ਕੁਐਸਚਨ ਹੀ ਆਉਂਦੇ ਨੇ, ਪਰ ਇਹ ਡੀਪ ਇੰਨੀ ਆ ਨਾ ਜੀਕੇ ਹੋ ਗਈ ਆਪਣੀ। ਸੋ ਇਹਦੇ ਵਿੱਚ ਆਪਾਂ ਨੂੰ ਚੂਜ਼ ਕਰਨਾ ਪੈਣਾ ਕਿ ਆਪਾਂ ਕੀ ਪੜ੍ਹਨਾ ਵਾ ਤੇ ਕੀ ਛੱਡਣਾ ਵਾ। ਸੋ ਉਹਦੇ ਨਾਲ ਤਾਂ ਹੀ ਆਪਣੇ ਸਾਰੇ, ਜਿੱਦਾਂ ਕਿ ਅਗਰ 30 ਕੁਐਸਚਨ ਆ ਰਹੇ ਨੇ, ਜੇ ਤੁਸੀਂ ਜੀਕੇ ਦੇ ਵਿੱਚੋਂ 30 ਦੇ ਵਿੱਚੋਂ ਪੰਜਾਬ ਜੀਕੇ ਤੇ ਉਹਨੂੰ ਮਿਲਾ ਕੇ ਜੇਕਰ ਤੁਸੀਂ 25 ਕੁਐਸਚਨ 24-25 ਕੁਐਸਚਨ ਵੀ ਸਹੀ ਕਰਕੇ ਆਉਂਦੇ ਹੋ ਉੱਥੇ, ਦੈਨ ਬਹੁਤ ਵਧੀਆ ਸਕੋਰ ਹੁੰਦਾ ਵਾ ਇਹ। ਸੋ ਇਹਦੇ ਲਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਕੋਰ ਤੁਹਾਡਾ ਮਾੜਾ ਵਾ, ਠੀਕ ਹੈ ਜੀ। ਸੋ ਜੀਕੇ ਦੇ ਵਿੱਚ 100% ਕਦੇ ਵੀ ਜੀਕੇ ਕਵਰ ਨਹੀਂ ਹੁੰਦੀ, ਕਿਉਂਕਿ ਇਹ ਇੱਕ ਸਮੁੰਦਰ ਆ। ਜਿੰਨਾ ਵੀ ਤੁਸੀਂ ਪੜ੍ਹ ਲਓਗੇ ਤੁਹਾਨੂੰ ਇਹੀ ਲੱਗੇਗਾ ਕਿ ਇਹ ਘੱਟ ਆ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ। ਸੋ ਠੀਕ ਹੈ ਜੀ, ਅੰਮ੍ਰਿਤਸਰ ਆਪਣਾ ਸਹੀ ਹੋ ਗਿਆ। 7 ਨੰਬਰ ਕੁਐਸਚਨ ਤੇ ਆ ਗਏ। ਇਹ ਵਾਲਾ ਕੁਐਸਚਨ ਵੀ ਬਹੁਤ ਈਜ਼ੀ ਕੁਐਸਚਨ ਪੁੱਛਿਆ। ਜਿਹੜੇ ਕੁਐਸਚਨ ਪੁੱਛਣਗੇ ਨਾ, ਸੋ ਥੋੜਾ ਜਿਹਾ ਅਸਿਸਟੈਂਟ ਜਿਹੜੇ ਸੁਪਰੀਡੈਂਟ ਚ ਆਪਾਂ ਦੇਖਾਂਗੇ ਕਿ ਥੋੜਾ ਜਿਹਾ ਈਜ਼ੀ ਕੁਐਸਚਨ ਆਏ ਹੋਏ ਸੀ। ਦੇਖੋ ਅਗਰ ਇਸ ਤੋਂ ਅਗਰ ਆਪਾਂ ਗੱਲ ਕਰੀਏ, ਜਿਹੜੀ ਦੂਸਰੀ ਪੋਸਟ ਸੀ ਜੇਲ੍ਹ ਵਾਰਡਨ ਦੀ ਪੋਸਟ, ਉਹਦੇ ਵਿੱਚ 6 ਸ਼ਿਫਟਾਂ ਹੋਈਆਂ ਸੀ ਪੀਟਰ ਪਲੱਸ, ਉਹ ਵੀ ਆਪਾਂ ਕਰਾਂਗੇ ਸਾਰੀਆਂ। ਉਹਦੇ ਵਿੱਚ ਤੁਸੀਂ ਦੇਖੋਗੇ ਕਿ ਸਿਲੇਬਸ ਵੀ 120 ਨੰਬਰ ਦਾ ਆਇਆ ਸੀ ਤੇ ਉਹਦੇ ਵਿੱਚ ਕੁਐਸਚਨ ਵੀ ਇਹਦੇ ਨਾਲੋਂ ਵਧੀਆ ਲੈਵਲ ਦੇ 20 ਨੰਬਰ ਦੀ ਤਾਂ ਉਹਨਾਂ ਨੇ ਅਲੱਗ ਤੋਂ ਪੋਲਿਟੀ ਹੀ ਪੁੱਛ ਲਈ ਸੀ। ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲੀ ਪੋਸਟ ਲਈ ਜੋ ਕਿ ਸਿਰਫ 100 ਨੰਬਰ ਦਾ ਪੇਪਰ ਹੋਇਆ ਸੀ, ਉਹਦੇ ਲਈ 120 ਨੰਬਰ ਦਾ ਪੇਪਰ ਹੋਇਆ ਸੀ ਤਾਂ ਸ਼ਾਇਦ 100 ਮਿੰਟ ਹੀ ਉਹਨਾਂ ਨੇ ਦਿੱਤੇ ਸੀ, ਠੀਕ ਹੈ ਜੀ। ਤੁਸੀਂ ਹਿਸਾਬ ਲਗਾ ਸਕਦੇ ਹੋ, ਇਹ ਗ੍ਰੈਜੂਏਸ਼ਨ ਬੇਸ ਤੇ ਸੀ, ਉਹ ਸ਼ਾਇਦ 12ਵੀਂ ਦੇ ਬੇਸ ਤੇ ਪੋਸਟ ਸੀਗੀ। ਫਿਰ ਵੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਫਰਕ ਆ। ਰਾਜ ਸਭਾ ਮੈਂਬਰ ਜਿਹੜੇ ਸਿਲੈਕਟ ਕੀਤੇ ਜਾਂਦੇ ਨੇ ਪੰਜਾਬ ਚੋਂ, ਇਹ ਆਪਾਂ ਕੀਤਾ ਹੋਇਆ ਵਾ ਟੌਪਿਕ, ਆਈ ਹੋਪ ਕਿ ਤੁਹਾਨੂੰ ਪਤਾ ਹੋਏਗਾ। 8 ਹੁੰਦੇ ਨੇ, 10 ਹੁੰਦੇ ਨੇ, 7 ਹੁੰਦੇ ਨੇ ਜਾਂ 6 ਹੁੰਦੇ ਨੇ? ਦੱਸੋ ਜੀ। ਪੰਜਾਬ ਦੇ ਵਿੱਚੋਂ ਪੁੱਛਿਆ ਉਹਨਾਂ ਨੇ, ਰਾਜ ਸਭਾ ਦੇ ਪੁੱਛਿਆ, ਕਨਫਿਊਜ਼ ਨਹੀਂ ਹੋਣਾਗਾ। ਸੋ ਇਹਨਾਂ ਨੇ ਤਾਂ ਕਨਫਿਊਜ਼ਨ ਆਪਸ਼ਨ ਵੈਸੇ ਦਿੱਤੀ ਹੋਈ ਨਹੀਂ ਹੋਏਗੀ, ਠੀਕ ਹੈ ਜੀ। ਰਾਜ ਸਭਾ ਦੇ ਸਾਡੇ ਕਿੰਨੇ ਹੁੰਦੇ ਨੇ? 7 ਮੈਂਬਰ ਹੁੰਦੇ ਨੇ ਜਿਹੜੇ ਰਾਜ ਸਭਾ ਦੇ ਵਿੱਚ ਪੰਜਾਬ ਸਟੇਟ ਵੱਲੋਂ ਜਾਂਦੇ ਨੇ। ਸੋ ਲੋਕ ਸਭਾ ਦੇ ਵਿੱਚ ਕਿੰਨੇ ਜਾਂਦੇ ਨੇ? 13 ਜਾਂਦੇ ਨੇ। ਤੇ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਇਸ ਟਾਈਮ ਆਪਣੇ ਪੰਜਾਬ ਦੀਆਂ? 117 ਸੀਟਾਂ ਨੇ, ਠੀਕ ਹੈ ਜੀ, ਵਿਧਾਨ ਸਭਾ ਦੇ ਵਿੱਚ। ਜਿਹੜੇ ਹੁਣੇ ਇਲੈਕਸ਼ਨ ਹੋਏ ਸੀ, ਜਿਹੜੇ ਆਪਾਂ ਦੇਖੇ ਸੀ, ਆਮ ਆਦਮੀ ਪਾਰਟੀ ਜਿੱਤ ਗਈ ਸੀ। ਹੁਣ ਦੇਖੋ
ਇਹਦੇ ਵਿੱਚ ਨਾ ਕਈ ਵਾਰ ਤੁਹਾਨੂੰ ਕਨਫਿਊਜ਼ ਕਰਨ ਲਈ ਕੀ ਦੇਣਗੇ, ਇਹ ਕਹਿਣਗੇ ਜੀ ਦੱਸੋ ਜੀ ਪੰਜਾਬ ਸਟੇਟ ਦੇ ਵਿੱਚ ਦੇ MP ਦੀ ਗਿਣਤੀ ਕਿੰਨੀ ਆ ਜਿਹੜੀ ਜਾਂਦੀ ਆ, ਠੀਕ ਆ। MP ਪੁੱਛ ਲਿਆ ਉਹਨਾਂ ਨੇ, ਠੀਕ ਆ, ਮੈਂਬਰ ਆਫ ਪਾਰਲੀਮੈਂਟ। ਸੋ ਤੁਸੀਂ ਆਪ ਅੰਦਾਜ਼ਾ 13 ਹੋ ਗਏ ਤੁਹਾਡੇ ਲੋਕ ਸਭਾ ਦੇ ਤੇ 7 ਹੋ ਗਏ ਤੁਹਾਡੇ ਰਾਜ ਸਭਾ। ਸੋ ਕਨਫਿਊਜ਼ ਨਹੀਂ ਹੋਣਾ, ਵਿੱਚ ਦੀ ਤੁਹਾਨੂੰ ਕਨਫਿਊਜ਼ਨ ਲਈ 13-7 ਲੱਗ ਵੀ ਦੇਣਗੇ। ਸੋ 20 MP ਹੁੰਦੇ ਨੇ, ਇਹਦੇ ਵਿੱਚ ਤੁਸੀਂ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ, ਠੀਕ ਆ ਜੀ। MLA ਜਿਹੜੇ 117 ਹੁੰਦੇ ਨੇ ਉਹ MLA ਹੁੰਦੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਹੁੰਦੇ ਆ। ਸੋ ਸਟੇਟ ਲੈਜਿਸਲੇਚਰ ਵੀ ਆਪਣਾ ਟੌਪਿਕ ਆਉਣ ਵਾਲਾ ਵਾ, ਸ਼ਾਇਦ ਇਸ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ ਐਡ ਕਰ ਦਾਂਗੇ ਸਟੇਟ ਲੈਜਿਸਲੇਚਰ। ਉਹਦੇ ਵਿੱਚ ਵੀ ਤੁਹਾਨੂੰ ਬਹੁਤ ਚੀਜ਼ਾਂ ਪਤਾ ਲੱਗਣਗੀਆਂ। ਸੋ ਯੂਨੀਅਨ ਨਾਲ ਆਪਾਂ ਕਰ ਚੁੱਕੇ ਹਾਂ, ਜਿਹੜਾ ਲੋਕ ਸਭਾ ਪਾਰਲੀਮੈਂਟ ਜਿਹੜਾ ਉਹ ਸਾਰਾ ਆਪਣਾ ਪੂਰੀ ਡਿਟੇਲ ਦੇ ਵਿੱਚ 3 ਕਲਾਸਾਂ 'ਚ ਥਿਊਰੀ ਪਲੱਸ MCQ ਕੀਤਾ ਹੋਇਆ ਵਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਪਹਿਲੇ ਗਵਰਨਰ ਕੌਣ ਸੀਗੇ ਜੀ ਪੰਜਾਬ ਦੇ? ਬੰਸੀ ਲਾਲ, ਗੋਪੀ ਚੰਦ ਜਾਂ ਚੰਦੂ ਲਾਲ ਤ੍ਰਿਵੇਦੀ ਜਾਂ ਗਿਆਨੀ ਜੈਲ ਸਿੰਘ। ਸੋ ਤੁਸੀਂ ਦੱਸਣਾ ਵਾ ਇਹ। ਸੋ ਆ ਨੀਚੇ ਪੰਜਾਬੀ ਦੇ ਵਿੱਚ ਵੀ ਆ, ਪਹਿਲੇ ਗਵਰਨਰ ਪੁੱਛਿਆ ਉਹਨਾਂ ਨੇ। ਸੋ ਤੁਸੀਂ ਇਸ ਟਾਈਮ ਦੇ ਉੱਤੇ ਸੋਚ ਰਿਹਾ ਹੋਏਗਾ ਕਿ ਪਹਿਲੇ ਗਵਰਨਰ ਕੌਣ ਸੀ? ਪਹਿਲੇ ਗਵਰਨਰ ਸੀਗੇ ਜੀ ਆਪਣੇ ਚੰਦੂ ਲਾਲ ਤ੍ਰਿਵੇਦੀ, ਠੀਕ ਹੈ। ਗੋਪੀ ਚੰਦ ਭਾਰਗਵਾ ਕੌਣ ਸੀਗੇ? ਇਹ ਸੀਗੇ ਆਪਣੇ ਮੁੱਖ ਮੰਤਰੀ, ਠੀਕ ਹੈ ਜੀ, ਚੀਫ ਮਿਨਿਸਟਰ। ਸੋ 8 ਨੰਬਰ ਹੋ ਗਿਆ। ਹੁਣ ਆਪਾਂ ਥੋੜਾ ਜਿਹਾ ਤੇਜ਼ ਕਰਾਂਗੇ ਕਿਉਂਕਿ ਕੁਐਸਚਨ ਆਪਾਂ 30 ਕਰਨੇ ਆ, ਜ਼ਿਆਦਾ ਆਪਾਂ ਟਾਈਮ ਵੀ ਖਰਾਬ ਨਹੀਂ ਕਰਨਾਗਾ। ਸੋ ਅਰੇਂਜ ਦਾ ਫੋਲੋਇੰਗ। ਸੋ ਇਹਨਾਂ ਨੂੰ ਪੋਪੂਲੇਸ਼ਨ ਵਾਈਜ਼ 2011 ਦੀ ਪੋਪੂਲੇਸ਼ਨ ਵਾਈਜ਼ ਤੁਸੀਂ ਜੋੜੋ, ਕਹਿੰਦੇ ਅਸੈਂਡਿੰਗ ਆਰਡਰ ਦੇ ਵਿੱਚ। ਸੋ ਇਹਨੂੰ ਜ਼ਿਲ੍ਹੇ ਦਿੱਤੇ ਇਹਨਾਂ ਨੇ ਤੁਹਾਨੂੰ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਜਲੰਧਰ। ਮਤਲਬ ਤੁਸੀਂ ਦੱਸਣਾ ਕਿ ਪਹਿਲੇ ਨੰਬਰ ਦੇ ਉੱਤੇ ਵੱਧ ਪੋਪੂਲੇਸ਼ਨ ਕਿਹਦੀ ਆ, ਦੂਜੇ ਤੇ ਕਿਹਦੀ ਆ, ਤੀਜੇ ਤੇ ਕਿਹਦੀ ਆ, ਚੌਥੇ ਤੇ ਕਿਹਦੀ ਆ, ਠੀਕ ਹੈ ਜੀ। ਸੋ ਇਹ ਪੰਜਾਬ ਦੇ ਉੱਤੇ ਉਹਨਾਂ ਨੇ ਪੁੱਛਿਆ ਹੋਇਆ, ਪੰਜਾਬ ਜੀਕੇ 'ਚ ਆਪਣਾ ਕਵਰ ਹੋ ਜਾਏਗਾ, ਕੋਈ ਇਸ਼ੂ ਵਾਲੀ ਗੱਲ ਨਹੀਂ, ਠੀਕ ਹੈ ਜੀ। ਸੋ ਇਹਦਾ ਤੁਹਾਡਾ ਕਰੈਕਟ ਆਨਸਰ ਬਣਦਾ ਵਾ ਜੀ ਆਪਸ਼ਨ ਨੰਬਰ ਏ, ਲੁਧਿਆਣਾ ਪਹਿਲੇ ਨੰਬਰ ਤੇ ਆ, ਅੰਮ੍ਰਿਤਸਰ ਦੂਜੇ ਤੇ ਆ, ਗੁਰਦਾਸਪੁਰ ਤੀਜੇ ਤੇ ਆ, ਜਲੰਧਰ ਚੌਥੇ ਤੇ ਆ। ਸਭ ਤੋਂ ਘੱਟ ਪੋਪੂਲੇਸ਼ਨ ਕਿਹੜੇ ਜ਼ਿਲ੍ਹੇ ਦੇ ਵਿੱਚ ਆਪਣੇ ਪੰਜਾਬ ਦੇ? ਸੋ ਸਭ ਤੋਂ ਘੱਟ ਪੋਪੂਲੇਸ਼ਨ ਆਪਣੀ ਹੈਗੀ ਸੀ ਬਰਨਾਲਾ ਜ਼ਿਲ੍ਹੇ ਦੀ, ਠੀਕ ਹੈ ਜੀ, ਅਕੋਰਡਿੰਗ ਟੂ 2011 ਸੈਂਸਸ, ਠੀਕ ਹੈ ਜੀ। ਸੋ ਇਹ ਜਨਗਣਨਾ ਕਰਦੇ ਹੁੰਦੇ ਨੇ, ਠੀਕ ਹੈ ਜੀ, ਉਸ ਦੇ ਅਨੁਸਾਰ ਹੀ ਪੁੱਛਣਗੇ ਤੁਹਾਨੂੰ ਨਾਲ। ਇੱਦਾਂ ਨਹੀਂ ਪੁੱਛਣਗੇ ਕਿ ਅੱਜ ਇਸ ਟਾਈਮ ਕਿਹਦੀ ਆ। ਸੋ ਜਨਗਣਨਾ ਦੇ ਮੁਤਾਬਕ ਹੀ ਤੁਹਾਨੂੰ ਕੁਐਸਚਨ ਆਊਗਾ। ਸੋ ਨੈਕਸਟ ਉਹਨਾਂ ਨੇ ਪੁੱਛਿਆ ਵਾ ਜੀ ਅਸਧਾਰਨ ਤਰੀਕੇ ਦੇ ਨਾਲ, ਜਿਵੇਂ ਐਕਸਟਰਾ ਆਰਡੀਨਰੀ ਤਰੀਕੇ ਦੇ ਨਾਲ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਸਾਲ 2020 ਦੇ ਵਿੱਚ ਉਹਨੇ ਪੁੱਛਿਆ ਜੀ ਕਿਹੜੀ ਯੋਜਨਾ ਸ਼ੁਰੂ ਕੀਤੀ ਗਈ। ਸੋ ਆਹ ਆਪਸ਼ਨਾਂ ਦੇ ਉੱਤੇ ਨਹੀਂ ਤੁਸੀਂ ਜਾਣਾ, ਇਹ ਆਪਣਾ ਪੇਪਰ ਆ, ਪੇਪਰ ਦੇ ਵਿੱਚ ਕਿਸੇ ਨੇ ਕੀਤਾ ਹੋਇਆ। ਐਪਰੀਸ਼ੀਏਟ ਐਂਡ ਕਮੈਂਡ। ਸੋ ਇਹ ਕਰੰਟ ਅਫੇਅਰ ਦਾ ਕੁਐਸਚਨ ਆ, ਠੀਕ ਹੈ। ਇਦਾਂ ਦੇ ਕਰੰਟ ਅਫੇਅਰ ਦੇ ਕੁਐਸਚਨ ਹੁੰਦੇ ਨੇ। ਕਮੈਂਡ ਐਂਡ ਐਪਰੀਸ਼ੀਏਟ, ਕਮੈਂਡ ਐਂਡ ਆਨਰ ਜਾਂ ਕਾਪ ਆਫ ਦਾ ਈਅਰ। ਸੋ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਹੁਣ ਤਾਂ ਇਹ ਆਉਣਾ ਨਹੀਂਗਾ। ਐਪਰੀਸ਼ੀਏਟ ਐਂਡ ਕਮੈਂਡ। ਨੈਕਸਟ ਚੱਲਦੇ ਹਾਂ ਜੀ ਅਗਲਾ ਕੁਐਸਚਨ। ਵਟ ਵਾਜ਼ ਦਾ ਥੀਮ ਆਫ ਦਾ ਪੰਜਾਬ ਸਟੇਟ ਕਬੈਲੂ ਇਨ ਦਾ ਰਿਪਬਲਿਕ ਡੇ ਪਰੇਡ, ਠੀਕ ਹੈ ਜੀ। ਪੰਜਾਬ ਜਿੱਦਾਂ ਕਿ ਦੇਖੋ ਜੀ, ਉਹ ਕਹਿੰਦੇ ਜੀ ਸਾਲ 2019 ਦੇ ਵਿੱਚ ਪੁੱਛ ਲਿਆ ਇਹਨਾਂ ਨੇ, ਠੀਕ ਹੈ। 2020 ਐਂਡ ਦੇ ਵਿੱਚ ਸ਼ਾਇਦ ਇਹ ਪੇਪਰ ਹੋਇਆ ਸੀ, ਪਤਾ ਨਹੀਂ ਜਨਵਰੀ 2021 'ਚ ਦਿੱਲੀ 'ਚ ਜਿਹੜੀ ਗਣਤੰਤਰ ਦਿਵਸ ਪਰੇਡ ਹੁੰਦੀ ਆ ਨਾ 26 ਜਨਵਰੀ ਨੂੰ, ਉਹਦੀ ਦਿਵਸ ਪਰੇਡ ਦਾ ਉਹਨਾਂ ਨੇ ਪੰਜਾਬ ਦੀ ਝਾਕੀ ਦਾ ਵਿਸ਼ਾ ਪੁੱਛ ਲਿਆ ਸੀ ਜੀ। ਦੱਸੋ ਪੰਜਾਬ ਦੀ ਝਾਕੀ ਦਾ ਵਿਸ਼ਾ ਕੀ ਸੀ? ਜਲਿਆਂਵਾਲੇ ਬਾਗ ਦਾ ਕਤਲੇਆਮ ਸੀ, ਸੰਗਤ ਅਤੇ ਪੰਗਤ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਸੀਗਾ, ਜਾਂ ਮਹਾਰਾਜਾ ਰਣਜੀਤ ਸਿੰਘ ਸੀਗਾ। ਸੋ ਇਹਦੇ ਵਿੱਚੋਂ ਇਹ ਤੁਹਾਨੂੰ ਪੂਰੇ 2019 ਤੋਂ ਲੈ ਕੇ 2022 ਤੱਕ ਕਰਨੇ ਪੈਣੇ ਆ, ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਕੁਐਸਚਨ ਪੁੱਛੇ ਜਾਂਦੇ ਨੇ। ਸੋ ਇਹਦੇ ਵਿੱਚੋਂ ਇੱਕ ਕੁਐਸਚਨ ਆਉਂਦਾ ਹੀ ਆਉਂਦਾ। ਹੁਣ PSSB ਕਲਰਕ ਦੇ ਵਿੱਚ ਵੀ ਸ਼ਾਇਦ ਕੁਐਸਚਨ ਆਇਆ ਹੋਇਆ ਵਾ, ਇਹ 2021 ਦਾ ਪੁੱਛਿਆ ਹੋਇਆ, ਸ਼ਾਇਦ ਪਤਾ ਨਹੀਂ 2020 ਦਾ ਪੁੱਛਿਆ ਹੋਇਆ ਵਾ। ਸੋ ਅੱਗੇ ਜਦੋਂ ਆਪਾਂ ਕਲਰਕ ਦਾ ਪੇਪਰ ਆਊਗਾ ਉਹ 'ਚ ਪਤਾ। ਸੋ ਤੁਸੀਂ 2022 ਦਾ ਕਰਨਾ, ਠੀਕ ਹੈ ਜੀ। ਪਹਿਲਾਂ ਤੁਸੀਂ ਇਹ ਵਾਲਾ ਹੁਣ ਤੁਹਾਨੂੰ ਉਹ ਕਰਨ ਦੀ ਲੋੜ ਨਹੀਂ। ਸੋ ਇਹਦੇ ਵਿੱਚ ਜਲਿਆਂਵਾਲੇ ਬਾਗ ਦਾ ਕਤਲੇਆਮ ਪੁੱਛਿਆ ਆਪਣਾ ਸੀਗਾ, ਠੀਕ ਹੈ। ਪੰਜਾਬ ਦੀ ਝਾਕੀ ਦਾ ਜਿਹੜਾ ਵਿਸ਼ਾ ਸੀ। ਹੁਣ ਦੇਖੋ, ਹੁਣ ਮੈਂ ਤੁਹਾਨੂੰ ਦੱਸਦਾ ਕਿ 2022 ਦੇ ਵਿੱਚ ਕੀ ਸੀ। ਹੁਣ ਜਿਹੜਾ ਆਪਣਾ ਅਗਰ ਆਪਾਂ ਗੱਲ ਕਰੀਏ ਨਾ ਇਹਦੀ, ਤਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਪੁਰਬ ਦੀ ਸੀਗੀ, ਇਹ 2020 ਦੇ ਵਿੱਚ ਸੀ, ਠੀਕ ਹੈ। 2020 ਦੇ ਵਿੱਚ ਸੀ। ਜ਼ਿਆਦਾਤਰ ਬੱਚੇ ਕਨਫਿਊਜ਼ ਹੋ ਕੇ ਇਹ ਲਾ ਕੇ ਆਏ ਸੀਗੇ, ਠੀਕ ਹੈ। ਸੋ ਇਹ 'ਚ ਕਨਫਿਊਜ਼ ਨਹੀਂ ਹੋਣਾਗਾ। ਆਪਾਂ ਨੂੰ ਸਾਰੇ ਯਾਦ ਹੋਣੇ ਚਾਹੀਦਾ 3-4 ਸਾਲਾਂ ਦੇ। 2020 'ਚ ਸੀਗਾ ਗੁਰੂ ਨਾਨਕ ਦੇਵ ਜੀ ਦਾ ਸੀਗਾ। 2021 ਦੇ ਵਿੱਚ ਕੀ ਸੀਗਾ ਸਾਡਾ, ਜਦੋਂ ਆਪਾਂ ਕਰੰਟ ਅਫੇਅਰ ਸ਼ੁਰੂ ਕਰਾਂਗੇ ਨਾ ਉਹਦੇ ਵਿੱਚ ਆਪਣਾ ਇਹ ਕਵਰ ਹੋ ਜਾਏਗਾ। 2021 ਦੇ ਵਿੱਚ ਕੀ ਸੀ? 2021 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਦਾ ਜੋ 400ਵਾਂ ਸਾਲਾ ਜੋ ਆਪਣਾ ਪ੍ਰਕਾਸ਼ ਪੁਰਬ ਸੀ ਨਾ, ਉਹਦੀ ਝਾਕੀ ਦੇ ਵਿੱਚ ਇਹ ਵਿਸ਼ਾ ਸੀਗਾ, ਠੀਕ ਆ। ਸੋ ਜੋ ਉਹਨਾਂ ਨੇ ਸੈਕਰੀਫਾਈਸ ਕੀਤਾ ਸੀ, ਸੋ ਇਹਦੀ 400ਵਾਂ ਪ੍ਰਕਾਸ਼ ਪੁਰਬ ਦਾ ਸੀਗਾ 2022 ਦੇ ਵਿੱਚ। ਇਸ ਟਾਈਮ ਦੇ ਉੱਤੇ 2022 'ਚ ਜਿਹੜੀ 26 ਜਨਵਰੀ 2022 ਨੂੰ ਪਰੇਡ ਹੋਈ ਸੀਗੀ, ਉਹਦੇ ਵਿੱਚ ਪੰਜਾਬ ਦੀ ਝਾਕੀ ਦਾ ਵਿਸ਼ਾ ਕੀ ਸੀਗਾ ਜੀ? 2022 ਦੇ ਵਿੱਚ ਸੀਗਾ ਜੀ ਆਪਣਾ ਜਿਹੜਾ ਫਰੀडम ਸਟਰਗਲ ਦੇ ਵਿੱਚ ਜੋ ਆਪਣੇ ਪੰਜਾਬੀਆਂ ਨੇ ਰੋਲ ਅਦਾ ਕੀਤਾ, ਜਿਹਦੇ ਵਿੱਚ ਕਿ ਉਹਨਾਂ ਨੇ ਭਗਤ ਸਿੰਘ ਨੂੰ ਵੀ ਦਿਖਾਇਆ ਸੀ, ਰਾਜਗੁਰੂ ਨੂੰ ਵੀ ਦਿਖਾਇਆ ਸੀ, ਸੁਖਦੇਵ ਨੂੰ ਵੀ ਦਿਖਾਇਆ ਸੀ, ਤੇ ਲਾਲਾ ਲਾਜਪਤ ਰਾਏ ਦਾ ਜਿਹੜਾ ਉਹ ਹੋਇਆ ਸੀਗਾ, ਸੋ ਉਹਦਾ ਬਦਲਾ ਲਿਆ ਸੀ ਬਾਅਦ ਵਿੱਚ। ਸੋ ਊਧਮ ਸਿੰਘ ਦਾ ਵੀ ਦਿਖਾਇਆ ਸੀ ਉਹਨਾਂ ਨੇ ਕਿ ਊਧਮ ਸਿੰਘ ਨੇ ਉਹਨੂੰ ਗੋਲੀ ਮਾਰੀ ਸੀਗੀ ਜਦੋਂ ਜਾ ਕੇ, ਠੀਕ ਹੈ ਜੀ। ਸੋ ਇਹ ਸਾਰਾ ਮਾਈਕਲ ਡਾਇਰ ਨੂੰ ਗੋਲੀ ਮਾਰੀ ਸੀ, ਉਹ ਸਾਰਾ ਇਹਦੇ ਵਿੱਚ ਸੀ। ਸੋ ਜ਼ਿਆਦਾਤਰ ਉਹ ਇਹੀ ਪੁੱਛਣਗੇ ਕਿ ਫਰੀडम ਸਟਰਗਲ ਜਿਹੜੀ ਆਪਣੀਆਂ, ਸੋ ਇਹਨਾਂ 'ਚੋਂ ਵੀ ਕੋਈ ਆਪਸ਼ਨ ਦੇ ਸਕਦਾ। ਜ਼ਿਆਦਾਤਰ ਉਹ ਤੁਹਾਨੂੰ ਇਹੀ ਪੁੱਛਣਗੇ ਕਿ ਜਿਹੜੀ ਫਰੀडम ਸਟਰਗਲ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਬਾਰੇ ਹੀ ਆਪਸ਼ਨ ਆਊਗਾ। ਸੋ ਗਲਤ ਨਹੀਂ ਕਰਨਾ। ਮੋਸਟ ਐਕਸਪੈਕਟਡ ਕੁਐਸਚਨ ਆ ਇਹ 2022 ਦੇ ਵਿੱਚ, ਜਿੰਨੇ ਵੀ ਪੇਪਰ ਹੋਣਗੇ ਤੁਹਾਡੇ ਸਾਹਮਣੇ ਇਹ ਕੁਐਸਚਨ ਆਏਗਾ। ਨੈਕਸਟ ਆ ਗਿਆ ਜੀ ਕਿਲ੍ਹਾ ਰਾਏਪੁਰ ਦੀ ਜਿਹੜੀਆਂ ਖੇਡ ਮੇਲਾ ਨੇ ਉਹਨਾਂ ਦੇ ਵਿੱਚੋਂ ਕਿਹੜਾ ਇਵੈਂਟ ਆ ਇਹ ਜਿਹੜਾ ਕਿ ਕਿਹੜੀ ਚੀਜ਼ ਲਈ ਮਸ਼ਹੂਰ ਆ? ਕਿਲ੍ਹਾ ਰਾਏਪੁਰ ਰੂਰਲ ਓਲੰਪਿਕ, ਕੱਪੜੇ ਨਿਰਮਾਣ ਲਈ, ਜੁੱਤੀ ਨਿਰਮਾਣ ਲਈ, ਜਾਂ ਖੇਡ ਸਮਾਨ ਦਾ ਨਿਰਮਾਣ ਲਈ? ਦੱਸੋ ਜੀ। ਸੋ ਆਪਾਂ ਤੁਹਾਨੂੰ 10 ਸੈਕਿੰਡ ਦਾ ਟਾਈਮ ਦੇ ਰਹੇ ਹਾਂ ਇਸ ਟਾਈਮ।
ਸੋ ਜੀ ਤੁਸੀਂ ਸੋਚ ਲਿਆ ਹੋਏਗਾ ਇਸ ਟਾਈਮ ਦੇ ਉੱਤੇ। ਸੋ ਇਹਦਾ ਕਰੈਕਟ ਆਨਸਰ ਬਣਦਾ ਜੀ ਕਿਲ੍ਹਾ ਰਾਏਪੁਰ ਦੀਆਂ ਰੂਰਲ ਓਲੰਪਿਕ ਲਈ। ਨੈਕਸਟ ਆ ਗਿਆ ਇਹਨਾਂ ਦੇ ਵਿੱਚੋਂ ਜਿਹੜਾ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਜਿਹੜਾ ਕੀਤਾ ਸੀ ਦਾ ਵਾਅਦਾ ਕੀਤਾ ਸੀ, ਆਜ਼ਾਦੀ ਦੇ ਐਲਾਨ ਦਾ ਵਾਅਦਾ 1930 ਦੇ ਵਿੱਚ ਕਿਹਨੇ ਕੀਤਾ ਸੀ, ਠੀਕ ਹੈ ਜੀ। ਸੋ ਉਹਨਾਂ ਨੇ ਦਿੱਤਾ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, CR ਦਾਸ, ਮਹਾਤਮਾ ਗਾਂਧੀ। ਇਹ ਆਪਣਾ ਕੀਤਾ ਹੋਇਆ ਜੀ, ਠੀਕ ਆ। ਆਲਰੇਡੀ ਆਪਾਂ ਕਰ ਚੁੱਕੇ ਹਾਂ ਮਾਡਰਨ ਹਿਸਟਰੀ ਦੀ ਕਲਾਸ ਦੇ ਵਿੱਚ, ਸੋ ਤੁਸੀਂ ਕਨਫਿਊਜ਼ ਨਹੀਂ ਹੋਣਾਗਾ ਇਹਦੇ ਵਿੱਚ। ਸੋ ਤੁਸੀਂ ਸੋਚ ਲਿਆ ਹੋਏਗਾ ਜੀ ਇਹ ਮਹਾਤਮਾ ਗਾਂਧੀ ਇਹਦਾ ਕਰੈਕਟ ਆਪਸ਼ਨ ਬਣਦਾ ਵਾ। ਸੋ ਜਿਹੜਾ 1930 ਦੇ ਵਿੱਚ ਜਿਹੜਾ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਕੀਤਾ, ਜਿਹੜਾ ਕਿਹਾ ਸੀਗਾ 26 ਜਨਵਰੀ 1930 ਤੋਂ ਆਪਣਾ ਜੋ ਮਨਾਇਆ ਜਾਊਗਾ ਇੰਡੀਪੈਂਡੈਂਸ ਡੇ, ਕੰਪਲੀਟ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਕਰਤੀ ਸੀ ਇਹਨਾਂ ਨੇ, ਮਹਾਤਮਾ ਗਾਂਧੀ ਨੇ। ਬਟ ਜਦੋਂ ਇਹ 1929 ਦੇ ਵਿੱਚ ਪੂਰਨ ਸਵਰਾਜ ਦਾ ਇੱਕ ਮਤਾ ਪਾਸ ਕੀਤਾ ਸੀ ਨਾ 1929 ਦੇ ਵਿੱਚ, ਉਹਦੇ ਜਿਹੜੇ ਉਹਨੂੰ ਡਰਾਫਟ ਕਿਹਨੇ ਕੀਤਾ ਸੀ, ਜਵਾਹਰ ਲਾਲ ਨਹਿਰੂ। ਸੋ ਇਹਨਾਂ ਦੋਨਾਂ ਕੁਐਸਚਨਾਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਠੀਕ ਆ। ਸੋ ਇਹ ਜਵਾਹਰ ਲਾਲ ਨਹਿਰੂ ਬਣੇਗਾ 1929 ਦੇ ਵਿੱਚ ਜਿਹੜਾ, ਠੀਕ ਹੈ ਜੀ, ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਉਸ ਟਾਈਮ ਦੇ ਉੱਤੇ ਕਾਂਗਰਸ ਦੇ ਚੇਅਰਪਰਸਨ ਸੀਗੇ ਇਹ ਜਵਾਹਰ ਲਾਲ ਨਹਿਰੂ। ਨੈਕਸਟ ਆ ਗਿਆ ਜੀ ਇਹਨਾਂ ਦੇ ਵਿੱਚੋਂ ਕਿਹੜੀ ਹਾਈਐਸਟ ਪੁਆਇੰਟ ਆ ਇੰਡੀਆ ਦੀ। ਸੋ ਇਹ ਸਟੈਟਿਕ ਜੀਕੇ ਦਾ ਕੁਐਸਚਨ। ਸੋ ਪੇਪਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਟੈਟਿਕ ਜੀਕੇ ਦੀ ਵੀ ਵੇਟੇਜ ਵਧੀਆ ਆ ਰਹੀ ਆ। ਪੰਜਾਬ ਜੀਕੇ ਵੀ ਪੁੱਛ ਰਹੇ ਆ, ਉਹ ਥੋੜਾ ਜਿਹਾ 1-2-3 ਕੁਐਸਚਨ ਉਹ ਕਰੰਟ ਅਫੇਅਰ ਦੇ ਵੀ ਪੁੱਛ ਰਿਹਾ, ਉਹ ਸਾਰਾ ਇਹੀ ਆਪਾਂ ਨੂੰ ਕਰਨਾ ਪੈਣਾ। ਬਟ ਸਟੈਟਿਕ ਜੀਕੇ ਤੁਸੀਂ ਦੇਖੋਗੇ ਕਿ ਸਟੈਟਿਕ ਜੀਕੇ ਦੇ ਵਿੱਚੋਂ ਜ਼ਿਆਦਾ ਕੁਐਸਚਨ ਅਜੇ ਤੱਕ ਤੁਹਾਨੂੰ ਦੇਖਣ ਨੂੰ ਮਿਲਣਗੇ। ਅੱਗੇ ਅੱਗੇ ਜਿਵੇਂ ਆਪਾਂ ਵਧਾਂਗੇ ਤੁਸੀਂ ਦੇਖੋਗੇ ਹੋਰ ਵੀ ਕੁਐਸਚਨ ਆਏ ਹੋਏ ਨੇ, ਪੋਲਿਟੀ ਦੇ ਵੀ ਪੁੱਛੇ ਹੋਏ ਨੇ ਉਹਨਾਂ ਨੇ। ਸੋ ਮਾਡਰਨ ਹਿਸਟਰੀ ਵੀ ਹੁਣੇ ਪਿੱਛੇ ਲੰਘ ਕੇ ਗਿਆ ਵਾ। ਸੋ ਸਾਰਾ ਹੀ ਕਰਨਾ ਪੈਣਾ ਆਪਾਂ ਨੂੰ, ਛੱਡ ਆਪਾਂ ਕੁਛ ਨਹੀਂ ਸਕਦੇ। ਹੇਠ ਲਿਖਿਆਂ ਵਿੱਚੋਂ ਭਾਰਤ ਦੀ ਸਭ ਤੋਂ ਉੱਚੀ ਥਾਂ ਕਿਹੜੀ ਆ, ਉਹ ਦੱਸੋ ਜੀ। ਕੰਚਨਜੰਗਾ, ਸਿਆਚਿਨ, ਰੋਹਤਾਂਗ ਜਾਂ ਸ਼ਿਮਲਾ। ਸੋ ਜੀ ਇਹਦੀ ਬਿਲਕੁਲ ਸਹੀ ਆਨਸਰ ਬਣਦਾ ਜੀ ਕੰਚਨਜੰਗਾ, ਠੀਕ ਹੈ ਜੀ। ਸੋ ਕਨਫਿਊਜ਼ ਨਹੀਂ ਹੋਣਾ, ਸਾਰੇ ਕਰ ਲਾਂਗੇ ਇਹ ਆਪਾਂ। ਬਸ ਇਹਦੀ ਆਪਣੀ ਸਟੈਟਿਕ ਜੀਕੇ ਦੀ ਸ਼ੁਰੂ ਹੋਣ ਵਾਲੀ ਹੈ, ਇਹ ਸਾਰੇ ਕੁਐਸਚਨ ਆਪਣੇ ਕਵਰ ਹੋ ਜਾਣਗੇ। ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਜਿਹੜਾ ਕਿ ਉੱਤਰੀ ਭਾਰਤ ਦੇ ਵਿੱਚ, ਉੱਤਰੀ ਨਾਰਥਨ ਇੰਡੀਆ ਦੇ ਵਿੱਚ ਜਿਹੜਾ ਸਰਦੀਆਂ ਦੇ ਵਿੱਚ ਬਾਰਿਸ਼ ਦਾ ਕਾਰਨ ਬਣਦਾ ਵਾ, ਠੀਕ ਹੈ ਜੀ। ਮੌਨਸੂਨ ਦਾ ਘਟਨਾ, ਸਧਾਰਨ ਮਾਨਸੂਨ, ਪੱਛਮੀ ਗੜਬੜ ਹੁੰਦੀ ਆ ਜਾਂ ਵਪਾਰ ਦੀਆਂ ਹਵਾਵਾਂ ਚੱਲਦੀਆਂ, ਜਿੱਦਾਂ ਟ੍ਰੇਡ ਵਾਈਨਸ ਕਹਿ ਦਿੰਦੇ ਆ। ਸੋਚੋ ਜੀ ਬਹੁਤ ਵਾਰ ਰਿਪੀਟ ਹੋਇਆ, 2021 ਦੇ ਵਿੱਚ 3 ਵਾਰ ਰਿਪੀਟ ਹੋ ਚੁੱਕਿਆ ਇਹ ਕੁਐਸਚਨ। ਸੋ ਇਹਨੂੰ ਰੱਟ ਲਓ ਤੁਸੀਂ। ਸੋ ਤੁਹਾਨੂੰ 10 ਸੈਕਿੰਡ ਦਾ ਟਾਈਮ ਦੇਣਾ ਸੀ ਜੀ, ਆਪਾਂ ਟਾਈਮ ਦੇਤਾ ਹੋਇਆ ਤੁਹਾਡਾ। ਇਹਦਾ ਵੈਸਟਰਨ ਡਿਸਟਰਬੈਂਸ ਆਊਗਾ C, ਠੀਕ ਹੈ ਜੀ। ਪੱਛਮੀ ਗੜਬੜ ਆਪਣਾ ਬਿਲਕੁਲ ਸੀਗਾ, ਇਹਨੂੰ ਰੱਟ ਲਓ, ਮੈਂ ਤੁਹਾਨੂੰ ਕਹਿ ਰਿਹਾ ਬਾਰ-ਬਾਰ ਰੱਟ ਲਓ। 3 ਵਾਰੀ ਰਿਪੀਟ ਹੋ ਚੁੱਕਿਆ PSSB ਦੇ ਐਗਜ਼ਾਮ ਦੇ ਵਿੱਚ ਇਹ। ਹੁਣ ਕਲਰਕ ਦੇ ਵਿੱਚ ਵੀ ਇਹ ਕੁਐਸਚਨ ਆਇਆ ਸੀਗਾ। ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਪਹਿਲੀ ਗੋਲਡਨ ਜੁਬਲੀ ਫਿਲਮ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਇੱਕ ਹੈਗੀ ਆ ਜੀ ਪੁੰਡਾਲਿਕ ਹੋ ਗਈ, ਰਾਜਾ ਹਰੀਸ਼ ਚੰਦਰ ਹੋ ਗਈ, ਸ਼ੰਕਰਾਚਾਰੀਆ ਹੋ ਗਿਆ ਜਾਂ ਤੁਕਾਰਾਮ ਹੋ ਗਿਆ। ਸੋ ਇਹ ਵੀ ਸਟੈਟਿਕ ਜੀਕੇ ਦਾ ਕੁਐਸਚਨ ਫਿਲਮ ਦੇ ਵਿੱਚ ਆ ਗਿਆ ਜੀ। ਦੇਖੋ ਸਟੈਟਿਕ ਜੀਕੇ ਕਿੰਨੀ ਪੁੱਛ ਰਹੇ ਆ। ਸੋ ਇਹਦੇ ਲਈ ਇਹ ਜ਼ਰੂਰੀ ਹੁੰਦਾ ਵਾ ਕਿ ਆਪਾਂ ਜ਼ਿਆਦਾ ਇਦਾਂ ਨਹੀਂ ਕਿ ਇਹਦੇ ਲਈ ਜ਼ਿਆਦਾ ਆਪਾਂ PSSB ਲਈ ਜ਼ਿਆਦਾ ਆਪਾਂ ਇਕਨੋਮਿਕਸ ਪੜ੍ਹਨੀਆਂ, ਜ਼ਿਆਦਾ ਆਪਾਂ ਜੋਗਰਾਫੀ ਚੱਕ ਕੇ ਬੈਠੇ ਰਹਿਣਾ ਵਾ। ਸੋ ਇਹਦੇ ਵਿੱਚ ਜ਼ਿਆਦਾਤਰ ਕੁਐਸਚਨ ਸਟੈਟਿਕ ਜੀਕੇ, ਮਾਡਰਨ ਹਿਸਟਰੀ, ਪੰਜਾਬ ਜੀਕੇ ਤੇ ਥੋੜੇ ਬਹੁਤ ਪੋਲਿਟੀ, ਇਹੀ 4-5 ਤੋਂ 2-3 ਕੁਐਸਚਨ ਕਰੰਟ ਅਫੇਅਰ ਦੇ, ਇਹੀ ਮਿਲਾ ਕੇ ਤੁਹਾਨੂੰ 30-40 ਨੰਬਰ ਇਹਨਾਂ ਨੇ ਕਵਰ ਕਰ ਦਿੰਦੇ ਹੁੰਦੇ ਨੇ। ਸੋ ਸਟੈਟਿਕ ਜੀਕੇ ਦਾ ਵੀ ਬਹੁਤ ਅਹਿਮ ਰੋਲ ਆ। ਸੋ ਇਹਦੀ ਜਿਹੜੀ ਫਸਟ ਗੋਲਡਨ ਜੁਬਲੀ ਫਿਲਮ ਕਿਹੜੀ ਸੀ ਜੀ, ਇਹ ਸੀਗੀ ਜੀ ਸਾਡੀ ਸੰਤ ਤੁਕਾਰਾਮ। ਇਹ ਫਿਲਮ ਸੀਗੀ 1936 ਈਸਵੀ 'ਚ ਇਹ ਆਈ ਸੀ। 1936 ਈਸਵੀ 'ਚ ਆਈ ਸੀ, ਇਹ ਮਰਾਠੀ ਫਿਲਮ ਸੀਗੀ, ਠੀਕ ਆ। ਜਿਹੜੀ ਰਾਜਾ ਹਰੀਸ਼ ਚੰਦਰ ਇੱਕ ਮੂਵੀ ਆਈ ਸੀ, ਠੀਕ ਆ। ਰਾਜਾ ਹਰੀਸ਼ ਚੰਦਰ ਬਾਰੇ ਵੀ ਤੁਹਾਨੂੰ ਪਤਾ ਹੋਵੇਗਾ। ਰਾਜਾ ਹਰੀਸ਼ ਚੰਦਰ ਜਿਹੜੀ ਸੀਗੀ ਇਹ ਦਾਦਾ ਸਾਹਿਬ ਫਾਲਕੇ ਨੇ ਡਾਇਰੈਕਟ ਕੀਤੀ ਸੀ, ਠੀਕ ਆ, ਜਿਹਦੇ ਤੇ ਹੁਣ ਅਵਾਰਡ ਵੀ ਚੱਲਦਾ ਵਾ। ਦਾਦਾ ਸਾਹਿਬ ਫਾਲਕੇ ਨੇ ਡਾਇਰੈਕਟ ਕੀਤੀ ਸੀ। ਇਹ ਆਪਣੀ ਪਹਿਲੀ ਸਾਇਲੈਂਟ ਫੀਚਰ ਫਿਲਮ ਸੀਗੀ, ਠੀਕ ਆ। ਸੋ ਇਹਦੇ ਵਿੱਚ ਵੀ ਤੁਸੀਂ ਕਨਫਿਊਜ਼ ਨਹੀਂ ਹੋਣਾਗਾ। ਨੈਕਸਟ ਕੁਐਸਚਨ ਆ ਗਿਆ ਸਾਡਾ ਇਹਨਾਂ ਦੇ ਵਿੱਚੋਂ, ਕਹਿੰਦਾ ਜੀ ਦੱਸੋ ਜਿਹੜੀ ਕਹਿੰਦੇ ਕੌਣ ਆ ਜਿਹੜਾ ਕਿ ਚੇਅਰਮੈਨ ਵਾ ਕਨਸਟੀਟਿਊਸ਼ਨ ਕੀਤਾ ਸੀ 2020 ਦੇ ਵਿੱਚ, ਠੀਕ ਆ ਜੀ, ਰਿਵਿਊ ਵਰਕਿੰਗ ਆਫ ਕਨਸਟੀਟਿਊਸ਼ਨ। ਸੋ ਇਹ ਵੀ ਆਪਣਾ ਕੁਐਸਚਨ ਆ ਜਾਂਦਾ ਵਾ। ਸੋ ਇਹ ਆਪਣਾ ਪੋਲਿਟੀ ਦੇ ਵਿੱਚ ਜਦੋਂ ਆਪਾਂ ਕਮੇਟੀਜ਼ ਦੇ ਉੱਤੇ ਜਾਵਾਂਗੇ ਉਹਦੇ 'ਚ ਕਵਰ ਹੋ ਜਾਊਗਾ। ਜਸਟਿਸ BP ਜੀਵਨ ਰੈਡੀ, ਜਸਟਿਸ MN ਵੈਂਕਟਾਚਾਲੀਆ, ਜਸਟਿਸ RS ਸਰਕਾਰੀਆ ਜਾਂ ਜਸਟਿਸ ਕੋਟਾਪੱਲੀ ਪੁਨੀਆ। ਦੇਖੋ ਜੀ ਸੋਚੋ ਤੁਸੀਂ, ਤੁਹਾਨੂੰ ਆਪਾਂ 5-7 ਸੈਕਿੰਡ ਦੇਵਾਂਗੇ। ਸੋ ਬਿਲਕੁਲ ਸਹੀ ਆ ਜੀ, B ਆਪਸ਼ਨ ਸਾਡੀ ਸਹੀ ਆ, ਜਸਟਿਸ MN ਵੈਂਕਟਾਚਾਲੀਆ। ਸੋ ਆਪਾਂ ਨੈਕਸਟ ਕਰਨ ਲੱਗੇ ਹਾਂ ਜੀ। ਹੁਣ ਅਗਲਾ ਕੁਐਸਚਨ ਸਾਡਾ ਆ ਗਿਆ ਜੀ, ਪਹਿਲੇ ਜਨਰਲ ਇਲੈਕਸ਼ਨ ਕਦੋਂ ਹੋਏ ਸੀ, ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸੀ। ਇਹ ਆਪਾਂ ਕੁਐਸਚਨ ਆਲਰੇਡੀ ਕਰ ਚੁੱਕੇ ਹਾਂ। ਜਿਹੜੀਆਂ ਆਪਾਂ ਮੈਂ ਬੈਸਟ 200 ਕੁਐਸਚਨ ਪਾਏ ਸੀ ਨਾ, ਉਹਦੇ ਵਿੱਚ ਵੀ ਹੋਏ ਸੀ। ਦੈਨ ਆਪਾਂ ਇੱਕ ਜਿਹੜਾ ਇਲੈਕਸ਼ਨ ਜਿਹੜਾ ਪਾਰਲੀਮੈਂਟ ਵਗੈਰਾ ਦੇ ਉੱਤੇ ਆਪਾਂ ਟੌਪਿਕ ਕੀਤਾ ਹੋਇਆ, ਉਹਦੇ ਵਿੱਚ ਵੀ ਮੈਂ ਕੀਤਾ ਹੋਇਆ ਵਾ ਕਵਰ। 1951, 1949 ਇਹ ਆ ਗਿਆ ਜੀ, B ਆ ਗਿਆ। 1949 ਤੇ 50, 1947, 48 ਜਾਂ 1953 ਇਹ ਕਵਰ ਕੀਤਾ ਹੋਇਆ ਵਾ। ਇਹ ਵੀ ਕੁਐਸਚਨ ਆਪਣਾ ਬਿਲਕੁਲ ਸਹੀ ਜੀ, 1951, 52 ਆਪਣਾ ਬਿਲਕੁਲ ਸਹੀ ਆ ਜਾਏਗਾ, ਠੀਕ ਹੈ ਜੀ। ਸੋ ਇਹ ਬਿਲਕੁਲ ਸਹੀ ਆ, ਪਹਿਲੀਆਂ ਜਨਰਲ ਇਲੈਕਸ਼ਨ ਇਦੋਂ ਹੋਏ ਸੀਗੇ। ਵਿਚ ਆਫ ਦਾ ਫੋਲੋਇੰਗ ਮਿਜ਼ਾਈਲ ਕਿਹੜੇ ਦਾ, ਕਹਿੰਦਾ ਜੀ ਮਿਜ਼ਾਈਲਾਂ ਦਾ, ਇਹ ਕਰੰਟ ਅਫੇਅਰ ਦਾ ਕੁਐਸਚਨ ਆ। ਵਿਚ ਆਫ ਦਾ ਫੋਲੋਇੰਗ ਐਂਟੀ ਸੈਟੇਲਾਈਟ ਮਿਜ਼ਾਈਲ ਆ ਜਿਹੜੀ ਟੈਸਟ ਕੀਤੀ ਸੀ 27 ਮਾਰਚ 2019 ਨੂੰ। ਮਿਸ਼ਨ ਅੰਤਰਿਕਸ਼, ਮਿਸ਼ਨ ਗੰਗਨ, ਮਿਸ਼ਨ ਸ਼ਕਤੀ ਜਾਂ ਮਿਸ਼ਨ ਡਿਸਟਰਕਸ਼ਨ। ਦੱਸੋ ਜੀ, ਸੋਚਣਾ ਜੀ ਤੁਸੀਂ, ਜਿੰਨਾ ਟਾਈਮ ਤੁਸੀਂ ਸੋਚ ਲਿਆ ਹੋਏਗਾ। ਦੇਖੋ ਜੀ ਇੱਧਰ ਪੰਜਾਬੀ ਦੇ ਵਿੱਚ ਵੀ।
ਸੋ ਟਾਈਪ ਮੈਂ ਤਾਂ ਨਹੀਂ ਕੀਤਾਗਾ ਕਿਉਂਕਿ ਇਹਦੇ ਵਿੱਚ ਹੀ ਆਪਣਾ ਕਵਰ ਹੋ ਰਿਹਾ, ਸੋ ਆਪਾਂ ਨੂੰ ਅਲੱਗ ਤੋਂ ਟਾਈਪ ਕਰਨ ਦੀ ਜ਼ਰੂਰਤ ਨਹੀਂ ਗੀ। ਸੋ ਇਹਦੇ ਵਿੱਚ ਆਪਣਾ ਬਹੁਤ ਜਲਦੀ ਆਪਾਂ ਕਰ ਦੇਵਾਂਗੇ, ਕਿਉਂਕਿ ਟਾਈਪ ਆਪਾਂ ਆਲਰੇਡੀ ਥਿਊਰੀ ਤਾਂ ਆਪਾਂ ਕਰ ਹੀ ਰਹੇ ਹਾਂ ਹਰੇਕ ਚੀਜ਼ ਦੀ। ਅਲੱਗ ਤੋਂ ਜਦੋਂ ਆਪਾਂ MCQ ਕਰਾਂਗੇ ਉਹ ਤਾਂ ਆਪਾਂ ਟਾਈਪ ਕਰਨਾ ਹੀ ਆ। ਸੋ ਜਿਹੜਾ ਆਪਣੇ ਕੋਲੇ ਸੋਰਸ ਪਿਆ ਵਾ ਉਹਦੇ ਲਈ ਆਪਾਂ ਨੂੰ ਅਲੱਗ ਤੋਂ ਟਾਈਪ ਕਰਨ ਦੀ ਕੀ ਜ਼ਰੂਰਤ ਆ ਜਦ ਆਪਣਾ ਇੱਦਾਂ ਕਵਰ ਹੋ ਰਿਹਾ, ਠੀਕ ਹੈ ਜੀ। ਸੋ ਇਹ ਆ ਗਿਆ ਜੀ ਆਪਣਾ ਮਿਸ਼ਨ ਸ਼ਕਤੀ। ਮਿਸ਼ਨ ਸ਼ਕਤੀ ਸਾਡਾ ਇਹ ਸੀਗਾ ਉਸ ਟਾਈਮ ਦੇ ਉੱਤੇ 2019 ਦੇ ਵਿੱਚ। ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਸੀ ਇਹਦੇ ਉੱਤੇ ਨਹੀਂ ਜਾਣਾ, ਜਿਹੜੇ ਕਿਤੇ ਵੀ ਇਹ ਲੱਗਿਆ ਹੋਊਗਾ ਨਾ ਤੁਸੀਂ ਇਹ ਨਹੀਂ ਦੇਖਣਾ, ਤੁਸੀਂ ਸਿਰਫ ਆਪਸ਼ਨਾਂ ਦੇਖਣੀਆਂ ਨੇ। ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ ਸੀ? 1926 ਚ, 1929 ਚ, 1928 ਚ ਜਾਂ 1927 ਚ? ਦੱਸੋ ਜੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਬਹੁਤ ਵਾਰ ਪੇਪਰ 'ਚ ਰਿਪੀਟ ਹੋ ਚੁੱਕਿਆ ਵਾ, ਆਪਾਂ ਕੀਤਾ ਹੋਇਆ ਜੀ ਇਹ ਟੌਪਿਕ। ਬਿਲਕੁਲ ਸਹੀ ਜੀ ਸੋਚ ਰਿਹਾ। 1928 ਦੇ ਵਿੱਚ ਆਏ ਸੀ। 1927 ਆ ਕਿਸੇ ਨੇ ਲਾਇਆ ਹੋਇਆ ਉਹ ਗਲਤ ਆ। 1927 ਦੇ ਵਿੱਚ ਨਾ ਅਪਾਇੰਟ ਹੋਇਆ ਸੀ, ਇਹ ਬ੍ਰਿਟਿਸ਼ ਸਰਕਾਰ ਨੇ ਇਹਨੂੰ ਅਪਾਇੰਟ ਕੀਤਾ ਸੀ, ਕਿਉਂਕਿ ਜ਼ਿਆਦਾਤਰ ਇਹੀ ਪੁੱਛਣਗੇ ਕਿ ਭਾਰਤ ਕਦੋਂ ਆਇਆ ਸੀ 1928 ਚ। ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕਿ ਲਾਲਾ ਲਾਜਪਤ ਰਾਏ ਜੀ, ਭਗਤ ਸਿੰਘ ਤੇ ਬਾਕੀ ਜਿਹੜੇ ਉਹਨਾਂ ਨੇ ਵਿਰੋਧ ਕੀਤਾ ਸੀ, ਜਿਹਦੇ ਵਿੱਚ ਕਿ ਲਾਠੀ ਚਾਰਜ ਹੋਇਆ ਸੀ ਤੇ ਉੱਥੇ ਲਾਲਾ ਜੀ ਦੀ ਮੌਤ ਹੋ ਗਈ ਸੀ। ਉਦੋਂ ਬਾਅਦ ਆਪਾਂ ਦੇਖਿਆ ਸੀ ਕਿ ਇਹਨਾਂ ਨੇ ਸੋਚਿਆ ਉਸ ਟਾਈਮ ਜਦੋਂ ਸਕਾਟ ਸੀਗਾ, ਠੀਕ ਆ, ਸਕਾਟ ਨੇ ਉਹ ਕੀਤਾ ਸੀਗਾ, ਇਹਨਾਂ ਦੇ ਲਾਠੀ ਚਾਰਜ ਦਾ ਹੁਕਮ ਦਿੱਤਾ ਸੀ। ਫਿਰ ਭਗਤ ਸਿੰਘ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਇਹਨਾਂ ਨੇ ਪਲਾਨ ਬਣਾਇਆ ਸੀ ਕਿ ਆਪਾਂ ਇਹਨੂੰ ਮਾਰ ਦੇਣਾ, ਬਟ ਉਸ ਟਾਈਮ ਦੇ ਉੱਤੇ ਗਲਤੀ ਨਾਲ ਇਹਨਾਂ ਨੇ ਸੌਂਡਰਸ ਨੂੰ ਮਾਰਤਾ ਸੀ, ਜੌਨ ਸੌਂਡਰਸ ਨੂੰ। ਸੋ ਇਹ ਸਾਰਾ ਆਪਾਂ ਕੀਤਾ ਹੋਇਆ ਆਲਰੇਡੀ ਬਹੁਤ ਚੰਗੀ ਤਰ੍ਹਾਂ। ਆ ਵੀ ਆਪਣਾ ਕੀਤਾ ਹੋਇਆ ਕੁਐਸਚਨ ਆ ਜੀ। ਆਈ ਹੋਪ ਤੁਸੀਂ ਇਹ ਸਾਰੇ ਨਾ, ਤੁਸੀਂ ਮੇਰੇ ਹਿਸਾਬ ਦੇ ਨਾਲ ਅਗਰ ਤੁਸੀਂ ਥਿਊਰੀ ਕੀਤੀ ਹੋਈ ਆ ਵਧੀਆ ਤਰੀਕੇ ਨਾਲ, ਸਾਰੇ ਕੁਐਸਚਨ ਤੁਹਾਡੇ ਇਹ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਕਿ ਕੀਤਾ ਹੋਇਆ, ਉਹ ਇਹਦਾ ਮਤਲਬ ਆਪਣੇ ਕਵਰ ਹੋ ਰਹੇ ਨੇ ਵਿੱਚ, ਚਾਹੇ MCQ 'ਚ ਕਵਰ ਹੋ ਰਹੇ ਆ ਚਾਹੇ ਆਪਣੇ ਉਹਦੇ 'ਚ। ਸੋ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਬਣਦੇ ਨੇ, ਜਿਹੜੀ ਇਹ ਕਲਾਸਾਂ ਵੀ ਤੁਸੀਂ ਮਿਸ ਨਹੀਂ ਕਰਨੀਆਂ। ਭਾਰਤ ਦੇ ਸੰਸਦ ਦੇ ਹਰੇਕ ਸਦਨ ਦੇ 2 ਸੈਸ਼ਨਾਂ ਵਿਚਕਾਰ ਵੱਧ ਤੋਂ ਵੱਧ ਅੰਤਰਾਲ ਕਿੰਨਾ ਹੋ ਸਕਦਾ? 6 ਮਹੀਨੇ, 5 ਮਹੀਨੇ, 4 ਮਹੀਨੇ ਜਾਂ 12 ਮਹੀਨੇ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਕੀਤਾ ਹੋਇਆ ਜੀ ਆਪਣਾ, ਵੱਧ ਤੋਂ ਵੱਧ ਪੁੱਛਿਆ ਇਹਨਾਂ ਨੇ। ਬਿਲਕੁਲ ਸਹੀ ਜੀ, 6 ਮਹੀਨੇ ਆਪਣਾ ਸਹੀ ਹੋ ਜਾਏਗਾ, ਠੀਕ ਆ, ਇਹ ਆਪਸ਼ਨ ਆਪਣੀ ਸਹੀ ਹੋ ਜਾਏਗਾ। PPSC ਵੀ 2 ਵਾਰੀ ਰਿਪੀਟ ਕਰ ਚੁੱਕੀ ਹੈ ਇਹ ਵਾਲਾ ਕੁਐਸਚਨ। ਇਹੀ ਕੁਐਸਚਨ ਤੁਹਾਨੂੰ ਜੇਲ੍ਹ ਵਾਰਡਨ 'ਚ ਵੀ ਦੇਖਣ ਨੂੰ ਮਿਲੂਗਾ, ਦੇਖ ਲਿਓ। ਸੋ ਕੁਝ ਕੁਐਸਚਨ ਰਿਪੀਟਡ ਹੁੰਦੇ ਨੇ। ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕਹਿੰਦਾ ਜੀ, ਪ੍ਰੈਜ਼ੀਡੈਂਟ ਆਫ ਇੰਡੀਆ ਮੁੱਖ ਚੋਣ ਕਮਿਸ਼ਨ ਨੂੰ ਭਾਰਤ ਦੇ ਰਾਸ਼ਟਰਪਤੀ ਕਦੋਂ ਹਟਾ ਚੁੱਕੇ ਨੇ, ਠੀਕ ਆ, ਹਟਾ ਸਕਦੇ ਨੇ। ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਹੋਊਗੀ ਤਾਂ ਹਟਾਊਗਾ, ਉਪ ਰਾਸ਼ਟਰਪਤੀ ਦੀ ਸਿਫਾਰਿਸ਼ ਹੋਊਗੀ ਤਾਂ ਹਟਾਊ, ਮੰਤਰੀ ਮੰਡਲ ਦੀ ਸਿਫਾਰਿਸ਼ ਹੋਊਗੀ ਤਾਂ ਹਟਾਊਗਾ, ਜਾਂ ਆਪਣੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਮਤਾ ਪਾਸ ਹੋਊਗਾ ਫਿਰ ਹੋਊਗਾ। ਸੋ ਇਹ ਕਨਸਟੀਟਿਊਸ਼ਨਲ ਬੋਡੀ ਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉੱਤੇ ਵੀ ਆਪਾਂ ਬਹੁਤ ਜਲਦੀ ਆਵਾਂਗੇ, ਸਾਰੇ ਆਪਾਂ ਪੜਾਂਗੇ, ਕਿਉਂਕਿ ਅੱਜ ਆਪਣੀਆਂ 10 ਕਲਾਸਾਂ ਪੋਲਿਟੀ ਦੀਆਂ ਪਈਆਂ ਨੇ, ਉਹਦੇ ਵਿੱਚ ਹੁਣ ਆਪਾਂ ਇਹੀ ਕਰਨੇ ਆ, ਠੀਕ ਹੈ ਜੀ। ਸੋ ਇਹ ਬਹੁਤ ਜਲਦੀ ਆਪਣੇ ਕਵਰ ਹੋ ਜਾਣਗੇ। ਸੋ ਮੇਰੇ ਹਿਸਾਬ ਦੇ ਨਾਲ ਜੂਨ ਦੇ ਵਿੱਚ ਆਪਣਾ ਘੱਟ ਤੋਂ ਘੱਟ 70-80% ਸਾਡਾ ਪੂਰਾ ਸਿਲੇਬਸ ਕਵਰ ਹੋ ਜਾਏਗਾ, ਜਿੰਨਾ ਵੀ ਤੁਹਾਡੀ GK ਆਉਣੀ ਆ ਪੇਪਰ ਦੇ ਵਿੱਚ, ਠੀਕ ਆ। ਸੋ ਬਾਕੀ ਜੂਨ 'ਚ ਹੋ ਰਿਹਾ। ਜੂਨ 'ਚ ਤਾਂ ਜੇ ਤੁਹਾਡੇ ਫਾਰਮ ਭਰਨੇ ਹੀ ਖਤਮ ਹੋਣੇ ਨੇ, ਸੋ ਜੁਲਾਈ ਦਾ ਮਹੀਨਾ, ਅਗਸਤ ਦਾ ਮਹੀਨਾ ਤੁਹਾਨੂੰ ਆਰਾਮ ਨਾਲ ਮਿਲੂਗਾ, ਆਰਾਮ ਨਾਲ ਤੁਸੀਂ ਬਹਿ ਕੇ ਆਪਦੀ ਤਿਆਰੀ ਕਰ ਸਕਦੇ ਹੋ। ਸੋ ਉਸ ਤੋਂ ਪਹਿਲਾਂ ਅਗਸਤ ਸਤੰਬਰ ਤੋਂ ਪਹਿਲਾਂ ਤਾਂ ਪੇਪਰ ਹੋਣ ਦਾ ਕੋਈ ਚਾਂਸ ਹੈ ਹੀ ਨਹੀਂਗਾ, ਠੀਕ ਆ। ਸੋ ਤੁਸੀਂ ਆਰਾਮ ਨਾਲ ਆਪਦੀ ਤਿਆਰੀ ਕਰ ਸਕੋਗੇ, ਠੀਕ ਹੈ ਜੀ। ਸੋ ਇਹਦਾ ਸੰਸਦ ਦੇ ਜਦੋਂ ਦੋਵੇਂ ਸਦਨਾਂ 'ਚ ਮਤਾ ਪਾਸ ਹੁੰਦਾ ਨਾ, ਫਿਰ ਜਾ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਰਿਮੂਵ ਕਰਦਾ ਚੀਫ ਇਲੈਕਸ਼ਨ ਕਮਿਸ਼ਨ ਨੂੰ। ਸੋ ਇਹ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਇਹ ਬਹੁਤ ਜ਼ਿਆਦਾ ਪ੍ਰੋਟੈਕਟ ਕੀਤੀਆਂ ਹੋਈਆਂ ਨੇ, ਇੱਦਾਂ ਨਾ ਹੋਵੇ ਕਿ ਅਣਬਣ ਹੋ ਗਈ ਤੇ ਇਹਨਾਂ ਨੂੰ ਹਟਾਤਾ ਇਹਨਾਂ ਨੇ। ਕਹਿੰਦਾ ਜੀ ਪਹਿਲੇ ਲਾਅ ਆਫੀਸਰ ਕੌਣ ਆ ਇੰਡੀਆ ਦੇ? ਵੈਸੇ ਇਹ ਆਪਣਾ ਕਰਨ ਵਾਲਾ ਰਹਿੰਦਾ ਵਾ, ਬਟ ਮੈਂ ਥੋੜਾ ਜਿਹਾ ਓਵਰਵਿਊ ਦੇ ਕੇ ਤੁਹਾਨੂੰ ਇਹਦੇ ਵਿੱਚ ਕਰਵਾ ਦਿੱਤਾ ਸੀ ਜਦੋਂ ਆਪਣੀ ਕਲਾਸ ਚੱਲ ਰਹੀ ਸੀ ਉਸ ਟਾਈਮ ਦੇ ਉੱਤੇ। ਚੀਫ ਜਸਟਿਸ ਆਫ ਇੰਡੀਆ ਸੀ, ਸੋਲਿਸਿਟਰ ਜਨਰਲ ਆਫ ਇੰਡੀਆ ਸੀਗੇ, ਜਿਹੜੇ ਅਟਾਰਨੀ ਜਨਰਲ ਆਫ ਇੰਡੀਆ ਸੀ, ਜਾਂ ਲਾਅ ਮਿਨਿਸਟਰ ਸੀਗੇ? ਦੱਸੋ ਜੀ ਇਹਨਾਂ ਦੇ ਵਿੱਚ ਕੌਣ ਆ ਜਿਹੜਾ ਪਹਿਲਾ ਲਾਅ ਆਫੀਸਰ ਕਹਿੰਦੇ ਆ ਆਪਾਂ? ਸੋ ਇਹਨੂੰ ਪੂਰੀ ਡਿਟੇਲ ਦੇ ਵਿੱਚ ਵੀ ਆਪਾਂ ਕਰਾਂਗੇ। ਸੋ ਥੋੜਾ ਜਿਹਾ ਜਿੰਨਾ ਕਿ ਇਹਨਾਂ ਨੇ ਪੁੱਛਿਆ ਵਾ ਉਨਾ ਮੇਰਾ ਕਰਵਾਇਆ ਹੋਇਆ ਵਾ, ਤੁਹਾਨੂੰ ਪੋਲਿਟੀ ਦੀ ਕਲਾਸ ਦੇਖੋਗੇ ਜੀ ਤੁਸੀਂ। ਸੋ ਬਿਲਕੁਲ ਸਹੀ ਜੀ, ਭਾਰਤ ਦੇ ਅਟਾਰਨੀ ਜਨਰਲ ਜਿਹੜਾ ਹੁੰਦਾ ਪਹਿਲਾ ਲਾਅ ਆਫੀਸਰ ਹੁੰਦਾ, ਆਰਟੀਕਲ 76 ਦੇ ਵਿੱਚ ਇਹ ਦਰਜ ਆ, ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਪੂਰੇ ਭਾਰਤ ਵਿੱਚ ਸਰਕਾਰੀ ਖੇਤਰ ਵਿੱਚ ਲੇਖਾ ਅਤੇ ਆਡਿਟ ਬਾਰੇ ਇਕਸਾਰ ਨੀਤੀ ਨੂੰ ਜਾਣਕਾਰੀ ਬਣਾਇਆ ਜਾਵੇ, ਠੀਕ ਹੈ ਜੀ। ਆ ਵੀ ਬਣਦੀ ਆ ਆਪਸ਼ਨ। ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ, ਦਾ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਦਾ ਕੰਟਰੋਲਰ ਐਂਡ ਜਨਰਲ ਆਫ ਅਕਾਊਂਟ, ਦਾ ਮਿਨਿਸਟਰੀ ਆਫ ਫਾਈਨੈਂਸ, ਗਵਰਨਮੈਂਟ ਆਫ ਇੰਡੀਆ, ਠੀਕ ਆ। ਇਹ ਟੌਪਿਕ ਆਪਣਾ ਅਜੇ ਰਹਿੰਦਾ ਵਾ। ਸੋ ਸਾਰੇ ਆਪਣੇ ਕਵਰ ਹੋਣਗੇ, ਕੋਈ ਇਸ਼ੂ ਵਾਲੀ ਗੱਲ ਨਹੀਂ ਗੀ, ਠੀਕ ਹੈ ਜੀ। ਸੋ ਬਿਲਕੁਲ ਸਹੀ ਆ, ਜਿੱਦਾਂ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਵਾ, ਜਿਹੜੇ ਕਿ ਪੂਰੇ ਭਾਰਤ ਦੇ ਜਿਹੜੇ ਮਤਲਬ ਸਰਕਾਰੀ ਜਿਹੜਾ ਹੁੰਦਾ ਵਾ, ਠੀਕ ਆ ਜੀ, ਸਰਕਾਰੀ ਖੇਤਰ ਦੇ ਵਿੱਚ ਜਿਹੜੇ ਆਡਿਟ ਵਗੈਰਾ ਕਰਦੇ ਹੁੰਦੇ ਆ, ਠੀਕ ਆ ਜੀ, ਅਕਾਊਂਟਿੰਗ ਜਾਂ ਆਡਿਟ ਦੇ ਉਹ ਕਰਨਾ ਹੁੰਦਾ ਵਾ, ਉਹਦੇ ਲਈ ਕੰਟਰੋਲਰ ਐਂਡ ਆਡੀਟਰ ਜਨਰਲ ਬਾਰੇ ਉਹ ਕਰਦੇ ਨੇ। ਤੇ ਜਿਹੜੇ ਇਹਦੇ ਲਈ ਕਿੰਨੇ ਨੰਬਰ ਆਰਟੀਕਲ ਦਰਜ ਆ? 148 ਨੰਬਰ ਆਰਟੀਕਲ ਦਰਜ ਆ ਆਪਣੇ ਸੰਵਿਧਾਨ ਦੇ ਵਿੱਚ। ਕਈ ਵਾਰ ਆਰਟੀਕਲ ਵੀ ਪੁੱਛ ਲੈਂਦੇ ਨੇ ਜੀ ਉਹ। ਕਹਿੰਦਾ ਜੀ ਕਿਹਦੀ ਬੇਸਿਸ ਦੇ ਉੱਤੇ, ਰਿਕਮੈਂਡੇਸ਼ਨ ਦੇ ਉੱਤੇ ਪੰਜਾਬੀ ਬੋਲਣ ਵਾਲਿਆਂ ਦੀ ਇੱਕ ਭਾਸ਼ਾਈ ਰਾਜ ਬਣਾਇਆ ਸੀ? ਦੱਸੋ ਜੀ। ਧਾਰ ਕਮਿਸ਼ਨ, ਕੋਠਾਰੀ ਕਮਿਸ਼ਨ, ਰਾਧਾ ਕ੍ਰਿਸ਼ਨ ਕਮਿਸ਼ਨ ਜਾਂ ਸ਼ਾਹ ਕਮਿਸ਼ਨ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਜੀ। ਸੋ ਬਿਲਕੁਲ ਸਹੀ ਜੀ, ਸ਼ਾਹ ਕਮਿਸ਼ਨ ਆਪਣਾ ਸਹੀ ਚਲਾ ਜਾਏਗਾ। ਹਿਮਾਚਲ ਪ੍ਰਦੇਸ਼ ਦੱਸੋ ਜੀ 91ਵੀਂ ਸਟੇਟ ਬਣਿਆ ਸੀਗਾ? ਸੋ ਇਹ ਤੁਸੀਂ ਦੱਸਣਾ ਵਾ ਹੁਣ। 19ਵੀਂ ਬਣਿਆ ਸੀ, 20ਵੀਂ ਬਣਿਆ ਸੀ, 18ਵੀਂ ਬਣਿਆ ਸੀ ਜਾਂ 16ਵੀਂ ਬਣਿਆ ਸੀ? ਸਟੈਟਿਕ GK ਦੇ ਵਿੱਚ ਆਉਂਦਾ ਵਾ ਇਹ। ਦੇਖੋ ਸਟੈਟਿਕ GK ਚੋਂ ਫਿਰ ਕੁਐਸਚਨ ਆ ਗਿਆ। ਬਿਲਕੁਲ ਸਹੀ ਜੀ, 18ਵੀਂ ਆਪਣੀ ਬਣਿਆ ਸੀ, ਠੀਕ ਹੈ ਜੀ। ਹਿਮਾਚਲ ਪ੍ਰਦੇਸ਼ ਜਿਹੜਾ ਬਣਿਆ ਸੀ 18ਵੀਂ ਸਟੇਟ ਆਪਣੀ ਬਣਿਆ ਸੀ। ਕਦੋਂ ਕ੍ਰੀਏਟ ਹੋਇਆ ਸੀ ਇਹ? 25/1/1971 ਨੂੰ ਸ਼ਾਇਦ, ਹਾਂ
1971 ਨੂੰ ਹੀ ਹੋਇਆ ਸੀ। 25 ਜਨਵਰੀ 1971 ਨੂੰ ਇਹ ਕ੍ਰੀਏਟ ਹੋਇਆ ਸੀ। ਇਸ ਤੋਂ ਪਹਿਲਾਂ ਇਹ ਕੀ ਸੀ, ਇਹ ਯੂਟੀ ਸੀਗਾ, ਹਿਮਾਚਲ ਪ੍ਰਦੇਸ਼। ਠੀਕ ਹੈ ਜੀ। ਸੋ ਹੋ ਗਿਆ। ਨੈਕਸਟ ਆ ਗਿਆ ਜੀ, ਇਹਨਾਂ ਨੇ ਅਪੈਕਸ ਬੋਡੀ ਦੱਸੋ ਜੀ ਪੰਚਾਇਤੀ ਰਾਜ ਸਿਸਟਮ ਦੀ। ਪੰਚਾਇਤੀ ਰਾਜ ਅਪੈਕਸ ਬੋਡੀ ਹੁੰਦੀ ਆ ਸਭ ਤੋਂ ਉੱਚਤਮ ਸੰਸਥਾ। ਇਹ ਪੋਲਿਟੀ ਦਾ ਟੌਪਿਕ ਬਣਦਾ ਵਾ, ਪੋਲਿਟੀ ਦਾ ਪੰਚਾਇਤੀ ਰਾਜ ਜਦੋਂ ਆਪਣਾ ਆਏਗਾ। ਅਗਲੀਆਂ ਜਿਹੜੀਆਂ 10 ਕਲਾਸਾਂ ਪਈਆਂ, ਇੱਕ ਕਲਾਸ ਪੂਰੀ ਆਪਣੀ ਪੰਚਾਇਤੀ ਰਾਜ ਦੇ ਉੱਤੇ ਹੋਊਗੀ। ਠੀਕ ਹੈ, ਤੇ ਮਿਊਨਿਸਪਲ ਦੇ ਕਮੇਟੀ ਦੇ ਉੱਤੇ ਸਾਰਾ ਆਪਾਂ ਇਹਦੇ ਵਿੱਚ ਕਰ ਲਾਂਗੇ। ਜ਼ਿਲ੍ਹਾ ਪਰਿਸ਼ਦ ਹੁੰਦਾ, ਪੰਚਾਇਤ ਸਮਿਤੀ ਹੁੰਦਾ, ਗ੍ਰਾਮ ਸਭਾ ਹੁੰਦਾ ਜਾਂ ਗ੍ਰਾਮ ਪੰਚਾਇਤ ਹੁੰਦਾ। ਸਭ ਤੋਂ ਅਪੈਕਸ ਬੋਡੀ ਪੁੱਛੀ ਆ ਜੀ ਉਹਨਾਂ ਨੇ। ਬਹੁਤ ਕੁਐਸਚਨ ਬਣਦੇ ਆ ਇਹਦੇ ਵਿੱਚੋਂ ਵੀ ਪੇਪਰ ਦੇ ਵਿੱਚ। ਬਿਲਕੁਲ ਸਹੀ ਆ ਜੀ, ਜ਼ਿਲ੍ਹਾ ਪਰਿਸ਼ਦ ਸਾਡਾ ਸਹੀ ਚਲਾ ਜਾਊਗਾ। 28ਵੇਂ ਕੁਐਸਚਨ ਤੇ ਆ ਗਏ, ਵਿਚ ਪ੍ਰਾਈਮ ਮਿਨਿਸਟਰ ਹੈਡ ਕੁਆਇਨਡ ਦਾ ਜੈ ਜਵਾਨ ਜੈ ਕਿਸਾਨ। ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਦੇਵੇ ਗੌੜਾ ਜਾਂ ਲਾਲ ਬਹਾਦੁਰ ਸ਼ਾਸਤਰੀ, ਦੱਸੋ ਜੀ। ਬਿਲਕੁਲ ਸਹੀ ਜੀ, ਲਾਲ ਬਹਾਦੁਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਸੀ। ਠੀਕ ਹੈ ਜੀ। ਹਾਊ ਮੈਨੀ ਟੋਟਲ ਨੰਬਰ ਆਫ ਪਾਰਲੀਮੈਂਟ ਕੈਨ ਬੀ ਨੋਮੀਨੇਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਟੂ ਬੋਥ ਦਾ ਹਾਊਸ। ਕਹਿੰਦਾ ਜੀ ਦੋਨੇ ਜਿਹੜੇ ਪਾਰਲੀਮੈਂਟ ਹੁੰਦੀ ਆ, ਜਿਹੜੀ ਸੰਸਦ ਹੁੰਦੀ ਆ, ਉਹਦੇ ਦੋਨੇ ਹਾਊਸਸ ਦੇ ਵਿੱਚ ਪ੍ਰੈਜ਼ੀਡੈਂਟ ਕਿੰਨੇ ਮੈਂਬਰਾਂ ਨੂੰ ਅਪਾਇੰਟ ਕਰਦਾ ਵਾ। ਦੋਨਾਂ ਦਾ ਪੁੱਛ ਲਿਆ ਉਹਨਾਂ ਨੇ। ਠੀਕ ਆ, 15 ਨੂੰ ਕਰਦਾ, 14 ਨੂੰ ਕਰਦਾ, 17 ਨੂੰ ਕਰਦਾ ਜਾਂ ਆਪਣਾ 1 ਨੂੰ ਕਰਦਾ। ਦੇਖੋ ਆਹ ਤਾਂ ਸਾਡਾ ਸਿੱਧਾ ਹੀ ਐਲੀਮੀਨੇਟ ਹੋ ਗਿਆ। 3 ਆਪਸ਼ਨਾਂ ਰਹਿ ਗਈਆਂ। ਦੇਖੋ ਜੀ ਤੁਸੀਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ ਆਪਣਾ ਇਹ, ਬਹੁਤ ਚੰਗੀ ਤਰ੍ਹਾਂ ਪਾਰਲੀਮੈਂਟ ਟੌਪਿਕ ਦੇ ਵਿੱਚ ਵੀ, ਪ੍ਰੈਜ਼ੀਡੈਂਟ ਦੇ ਵਿੱਚ ਵੀ। ਗਲਤ ਨਹੀਂ ਹੋਣਾ ਚਾਹੀਦਾ ਜਿਹਨੇ ਵੀ ਕਲਾਸ ਦੇਖੀ ਆਪਣੀ। ਸੋ ਬਿਲਕੁਲ ਸਹੀ ਜੀ, 14 ਮੈਂਬਰਾਂ ਨੂੰ ਨੋਮੀਨੇਟ ਕਰਦਾ, 12 ਮੈਂਬਰਾਂ ਨੂੰ ਰਾਜ ਸਭਾ ਦੇ ਵਿੱਚ ਕਰਦਾ। ਠੀਕ ਹੈ ਜੀ, ਇੱਥੇ ਆਪਾਂ ਕਲੀਅਰ ਕਰਕੇ ਲਿਖ ਦਿੰਦੇ ਹਾਂ। 12 ਮੈਂਬਰਾਂ ਨੂੰ ਕਰਦਾ ਜੀ ਰਾਜ ਸਭਾ ਦੇ ਵਿੱਚ। ਠੀਕ ਹੈ, 12 ਰਾਜ ਸਭਾ ਦੇ ਵਿੱਚ ਕਰਦਾ, ਤੇ ਆਪਣੇ 2 ਮੈਂਬਰਾਂ ਨੂੰ ਕਰਦਾ ਲੋਕ ਸਭਾ 'ਚ। ਲੋਕ ਸਭਾ ਦੇ ਵਿੱਚ ਜਿਹੜੇ ਹੁੰਦੇ ਨੇ ਐਂਗਲੋ ਇੰਡੀਅਨ ਕਮਿਊਨਿਟੀ ਦੇ ਹੁੰਦੇ ਨੇ। ਠੀਕ ਹੈ, ਜਿਹੜੇ ਰਾਜ ਸਭਾ ਦੇ ਵਿੱਚ ਜਿਹੜੇ 12 ਨੂੰ ਕਰਦਾ ਵਾ ਉਹ ਹੁੰਦੇ ਨੇ ਕਿਸੇ ਵਿਸ਼ੇਸ਼ ਫੀਲਡ ਦਾ, ਜਿਵੇਂ ਸਪੋਰਟਸ ਹੋ ਗਿਆ, ਲਿਟਰੇਚਰ ਹੋ ਗਿਆ, ਇਹਨਾਂ ਸਾਇੰਸ ਦੇ ਵਿੱਚ ਜਿਹਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੋਵੇ ਉਹਨੂੰ ਉਹ ਕਰਦਾ ਵਾ। ਠੀਕ ਆ, ਸੋ ਇਸ ਟਾਈਮ ਜਿਹੜੇ ਲੋਕ ਸਭਾ ਦੇ ਵਿੱਚ ਆਪਣੇ ਐਂਗਲੋ ਇੰਡੀਅਨ ਨੋਮੀਨੇਟ ਕਰਦੇ ਸੀ ਨਾ, ਇਹ ਰਿਮੂਵ ਹੋ ਚੁੱਕਿਆ ਹੁਣ ਇਸ ਟਾਈਮ। ਹੁਣ ਐਂਗਲੋ ਇੰਡੀਅਨ ਦਾ ਅੱਗੇ ਤੋਂ ਨੈਕਸਟ ਆਪਣਾ ਕੋਈ ਵੀ ਆਪਣਾ ਐਂਗਲੋ ਇੰਡੀਅਨ ਦਾ ਨੋਮੀਨੇਟ ਨਹੀਂ ਹੋਊਗਾ। ਪਰ ਫਿਰ ਵੀ ਇਹਨਾਂ ਨੇ ਕੁਐਸਚਨ ਉਸ ਹਿਸਾਬ ਨਾਲ ਪੁੱਛਿਆ ਹੋਇਆ ਤਾਂ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ, ਕਿਉਂਕਿ ਹੋਰ ਆਪਸ਼ਨ ਬਣਦੀ ਹੋ ਨਹੀਂ। ਸੋ 14 ਆਪਣਾ ਸਹੀ ਆ ਜਾਊਗਾ। ਅਜੇ ਵੀ ਕੁਐਸਚਨ ਪੁੱਛ ਰਹੇ ਨੇ ਉਹ, ਤੁਹਾਨੂੰ ਆਊਗਾ ਐਂਗਲੋ ਇੰਡੀਅਨ ਆਊਗਾ ਨਾ, ਤਾਂ ਤੁਸੀਂ ਯਾਦ ਕਰਕੇ ਇਹ ਲਾ ਸਕਦੇ ਹੋ, ਬਾਈ ਆਪਸ਼ਨ ਲਾ ਸਕਦੇ ਹੋ ਤੁਸੀਂ। 30ਵਾਂ ਕੁਐਸਚਨ ਆ, ਕਹਿੰਦਾ ਜੀ ਆਰਟੀਕਲ 51A ਕਨਸਟੀਟਿਊਸ਼ਨ ਦੇ ਵਿੱਚ ਕਿਹਦੇ ਨਾਲ ਰਿਲੇਟਡ ਆ। ਇੰਡੀਆ ਰਿਲੇਟਡ ਟੂ ਫੰਡਾਮੈਂਟਲ ਡਿਊਟੀਜ਼ ਆਫ ਵਿਚ ਆਫ ਦਾ ਫੋਲੋਇੰਗ। ਨਿੱਜੀ ਖੇਤਰਾਂ ਦੇ ਵਿੱਚ ਲੱਗੇ ਵਿਅਕਤੀ, ਜਨਤਕ ਖੇਤਰਾਂ ਵਿੱਚ ਲੱਗੇ ਵਿਅਕਤੀ, ਨਿੱਜੀ ਅਤੇ ਜਨਤਕ ਦੋਵਾਂ ਖੇਤਰਾਂ ਦੇ ਵਿੱਚ ਲੱਗੇ ਵਿਅਕਤੀ ਜਾਂ ਭਾਰਤ ਦੇ ਨਾਗਰਿਕ। ਸਿੰਪਲ ਜੀ ਗੱਲ ਆ ਜੀ, ਇਹ ਇਹਨਾਂ ਨੇ ਫੰਡਾਮੈਂਟਲ ਡਿਊਟੀਜ਼ ਬਾਰੇ ਪੁੱਛ ਲਿਆ। ਆਰਟੀਕਲ 51A 'ਚ ਦਰਜ ਆ, ਸੰਵਿਧਾਨ ਦੇ ਪਾਰਟ 4A ਦੇ ਵਿੱਚ ਦਰਜ ਆ। ਕਿਹਦੇ ਲਈ ਲਾਗੂ ਹੁੰਦੇ ਨੇ ਇਹ ਸਿਰਫ ਤੇ ਸਿਰਫ ਭਾਰਤ ਦੇ ਨਾਗਰਿਕਾਂ ਲਈ ਲਾਗੂ ਹੁੰਦੇ ਨੇ। ਸੋ ਇਹ ਸਾਰਾ ਹੁਣ ਆਪਣੇ ਕਵਰ ਹੋ ਚੁੱਕਿਆ ਵਾ ਤੁਹਾਡਾ ਇਹਦੇ ਵਿੱਚ। ਸੋ ਜੀ ਇਹ ਕੁਐਸਚਨ ਆਪਣੇ 30 ਕੁਐਸਚਨ ਹੋ ਚੁੱਕੇ ਨੇ। ਠੀਕ ਹੈ ਜੀ, ਜਿਹਦੇ ਵਿੱਚ ਆਪਾਂ ਨੂੰ ਕਿ ਪੋਲਿਟੀ ਦੇ ਕੁਐਸਚਨ ਵੀ ਦੇਖਣ ਨੂੰ ਮਿਲੇ, ਮਾਡਰਨ ਹਿਸਟਰੀ ਦੇ ਕੁਐਸਚਨ ਵੀ ਦੇਖਣ ਨੂੰ ਮਿਲੇ, ਪੰਜਾਬ ਜੀਕੇ ਦੇ ਕੁਐਸਚਨ ਵੀ ਦੇਖਣ ਨੂੰ ਮਿਲੇ, ਤੇ ਪਲੱਸ ਨਾਲ ਸਾਨੂੰ ਹੋਰ ਕਿਹਦੇ ਸਟੈਟਿਕ ਜੀਕੇ ਦੇ ਬਹੁਤ ਕੁਐਸਚਨ ਦੇਖਣ ਨੂੰ ਮਿਲੇ। ਸੋ 1-2 ਕੁਐਸਚਨ ਸਾਨੂੰ ਇਕਨੋਮਿਕਸ ਦੇ ਵਿੱਚੋਂ ਵੀ ਦੇਖਣ ਨੂੰ ਮਿਲੇ, ਤਾਂ ਕਰੰਟ ਅਫੇਅਰ ਦੇ ਵੀ ਸਾਨੂੰ 2-3 ਕੁਐਸਚਨ ਦੇਖਣ ਨੂੰ ਮਿਲੇ। ਸੋ 30 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹੀ ਸਬਜੈਕਟ ਬਾਰ-ਬਾਰ ਰਿਪੀਟ ਹੋ ਰਹੇ ਨੇ ਜਿਹੜੇ ਆਪਾਂ ਕਰ ਰਹੇ। ਇਹਦੇ ਚੋਂ 3 ਤਾਂ ਆਪਾਂ ਸਬਜੈਕਟ ਕਰ ਹੀ ਰਹੇ ਹਾਂ, ਜਿਹੜੇ 2 ਸਬਜੈਕਟ ਰਹਿ ਗਏ ਕਰੰਟ ਅਫੇਅਰ ਹੋ ਗਿਆ, ਕਰੰਟ ਅਫੇਅਰ ਦੇ ਵਿੱਚੋਂ ਵੀ 1-2-3 ਕੁਐਸਚਨ ਉਹ ਵੀ ਆਪਾਂ ਕਰ ਲਾਂਗੇ ਨੇੜੇ ਜਾ ਕੇ। ਸੋ ਸਟੈਟਿਕ ਜੀਕੇ ਆਪਣੀ ਸ਼ੁਰੂ ਹੋਣ ਵਾਲੀ ਰਹਿੰਦੀ ਆ। ਜਦੋਂ ਆਪਣੀ ਸਟੈਟਿਕ ਜੀਕੇ ਸ਼ੁਰੂ ਹੋ ਜਾਏਗੀ ਤਾਂ ਕੋਈ ਵੀ ਕੁਐਸਚਨ ਤੁਹਾਡਾ ਇਹਦੇ ਵਿੱਚੋਂ ਬਾਹਰ ਨਹੀਂ ਜਾਊਗਾ। ਸੋ ਤੁਸੀਂ ਹੁਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ। ਆਪਾਂ ਹੁਣ ਨੈਕਸਟ ਜਿਹੜਾ ਪੇਪਰ ਕਰਾਂਗੇ, ਨੈਕਸਟ ਆਪਾਂ ਪੇਪਰ ਕਰਾਂਗੇ ਜੀ ਜੋ ਪਟਵਾਰੀ ਰੈਵਨਿਊ ਪਟਵਾਰੀ ਦਾ ਪ੍ਰੀ ਪੇਪਰ ਹੋਇਆ ਸੀਗਾ। ਠੀਕ ਆ, 8 ਅਗਸਤ ਨੂੰ ਉਹ ਵਾਲਾ ਪੇਪਰ ਦੀ ਆਪਾਂ ਕੱਲ੍ਹ ਨੂੰ ਕਲਾਸ ਲੈ ਕੇ ਆਵਾਂਗੇ। ਸੋ ਡੇਲੀ ਦੇ ਬੇਸ ਤੇ ਜਾਂ ਇੱਕ ਦਿਨ ਛੱਡ ਕੇ ਆਪਾਂ ਇਹ ਕੁਐਸਚਨ ਕਰਿਆ ਕਰਾਂਗੇ, ਸਿਰਫ ਜੀਕੇ ਦੇ ਕਰਿਆ ਕਰਾਂਗੇ। ਜਿੰਨੇ ਵੀ ਹੋਣਗੇ ਆਪਣੇ, ਚਾਹੇ 10 ਪੇਪਰ ਹੋਏ ਨੇ, 12 ਹੋਏ ਨੇ, 15 ਹੋਏ ਨੇ, ਸਾਰੇ ਆਪਾਂ ਕੰਪਲੀਟ ਕਰ ਦਾਂਗੇ। ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਜਿਹੜੀ ਚੀਜ਼ ਤੁਸੀਂ ਪੜ੍ਹ ਰਹੇ ਹੋ ਉਹਦੇ ਚੋਂ ਕੁਐਸਚਨ ਆ ਰਹੇ ਨੇ ਤੇ ਤੁਹਾਨੂੰ ਕਿਹੜੇ ਚੀਜ਼ਾਂ ਦੇ ਉੱਤੇ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਤੁਸੀਂ ਦੇਖੋਗੇ ਲਗਭਗ ਲੈਵਲ ਸੇਮ ਹੀ ਰਹਿ ਗਿਆ। ਇਹਦੇ ਵਿੱਚ ਥੋੜੀ ਜਿਹੀ ਜਿਹੜੀ ਇਹ ਵਾਲਾ ਆਪਣਾ ਪਾਰਟ ਸੀਗਾ ਨਾ, ਆਪਣਾ ਇਹ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਸੀ, ਇਹ ਹੋਰ ਹਿਸਾਬ ਦਾ ਪੇਪਰ ਸੀਗਾ। ਥੋੜਾ ਜਿਹਾ ਇਹਦੇ ਵਿੱਚ ਨਾ ਪੰਜਾਬ ਜੀਕੇ ਘੱਟ ਪੁੱਛੀ ਸੀ। ਅਗਲੇ ਪੇਪਰ ਤੁਸੀਂ ਦੇਖਿਓ, ਜਿਹੜੇ ਆਪਾਂ ਅਗਲੇ ਪੇਪਰ ਕਰਾਂਗੇ ਉਹਦੇ ਵਿੱਚ ਅਲੱਗ ਤੋਂ 10 ਤੋਂ 20 ਨੰਬਰ ਦੀ ਤੁਹਾਨੂੰ ਸਿਰਫ ਤੇ ਸਿਰਫ ਪੰਜਾਬ ਜੀਕੇ ਦਿਖੇਗੀ। ਜੇਕਰ ਤੁਹਾਡੀ 40 ਨੰਬਰ ਆ ਰਹੀ ਆ ਤਾਂ 20 ਨੰਬਰ ਪੰਜਾਬ ਜੀਕੇ ਹੋਏਗੀ। ਜੇ 30 ਨੰਬਰ ਦੀ ਆ ਰਹੀ ਆ ਤਾਂ 10 ਨੰਬਰ ਤੁਹਾਡੀ ਪੰਜਾਬ ਜੀਕੇ ਤੇ 20 ਨੰਬਰ ਤੁਹਾਡੀ ਹਿਸਟਰੀ, ਪੋਲਿਟੀ ਤੇ ਸਟੈਟਿਕ ਜੀਕੇ ਮਿਲਾ ਕੇ ਹੋਏਗੀ। ਸੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਦਾ ਆਈਡੀਆ ਲਾ ਸਕਦੇ ਹੋ। ਇਹਨੂੰ ਮੌਕ ਟੈਸਟ ਵਜੋਂ ਕਰਨਾ ਵਾ, ਨਾਲ ਦੀ ਨਾਲ ਤੁਸੀਂ ਉਹ ਕਰਨਾ ਵਾ। ਠੀਕ ਹੈ ਜੀ, ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।